ਸਤਿ ਸ਼੍ਰੀ ਅਕਾਲ ਦੋਸਤੋ। ਮਾਨਸਾਪੁਰ ਜੀਕੇ ਚੈਨਲ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ ਜੀਕੇ ਦੀ ਮੌਕ ਟੈਸਟ ਸੀਰੀਜ਼ ਨੂੰ ਅੱਗੇ ਵਧਾਵਾਂਗੇ, ਜਿਹੜੀ ਕਿ ਤੁਹਾਨੂੰ ਆਉਣ ਵਾਲੇ ਪੇਪਰਾਂ ਦੇ ਵਿੱਚ ਜਿਵੇਂ ਕਿ ਪਟਵਾਰੀ, ਪੀਏਯੂ ਦੇ ਵਿੱਚ ਕੰਪਿਊਟਰ ਕਲਰਕ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਨੇ, ਪਟਵਾਰੀ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਨੇ, ਪੀਐਸਸੀਬੀ ਕਲਰਕ ਦਾ ਐਗਜ਼ਾਮ ਆਉਣਾ ਹੈ, ਠੀਕ ਹੈ ਜੀ। ਅਤੇ ਤੁਹਾਡਾ ਵਕਫ ਬੋਰਡ, ਵਾਰਡ ਅਟੈਂਡੈਂਟ, ਚੰਡੀਗੜ੍ਹ ਫੋਰੈਸਟ ਡਿਪਾਰਟਮੈਂਟ ਦੇ ਵਿੱਚ ਫੋਰੈਸਟ ਗਾਰਡ ਅਤੇ ਫੋਰੈਸਟ ਦੀਆਂ ਪੋਸਟਾਂ ਨਿਕਲੀਆਂ ਨੇ, ਉਹਦਾ ਵੀ ਪੇਪਰ ਇਹਨਾਂ ਨੇ ਦਸੰਬਰ ਦੇ ਵਿੱਚ ਕਹਿੰਦੇ ਆ ਵੀ ਲੈਣਾ ਹੈ। ਤਾਂ ਤੁਸੀਂ ਔਨਲਾਈਨ ਇਸ ਨੂੰ ਪ੍ਰਪੇਅਰ ਕਰ ਸਕਦੇ ਹੋ। ਮੌਕ ਟੈਸਟ ਸੀਰੀਜ਼ ਨੂੰ ਆਪਣੇ ਆਪ ਨੂੰ ਤੁਸੀਂ ਜੱਜ ਕਰ ਸਕਦੇ ਹੋ ਕਿ ਤੁਸੀਂ ਕਿੱਥੇ ਕੁ ਸਟੈਂਡ ਕਰਦੇ ਹੋ। ਆਪਣੀ ਜਿਹੜੀ ਅਕੈਡਮੀ ਹੈ ਉਹ ਮਾਨਸਾ ਦੇ ਵਿੱਚ ਤਿਆਰੀ ਕਰਵਾਉਂਦੀ ਹੈ, ਆਫਲਾਈਨ ਵੀ ਕਰਵਾਉਂਦੇ ਆ ਅਤੇ ਔਨਲਾਈਨ ਵੀ ਕਰਵਾਉਂਦੇ ਆ। ਤਾਂ ਜਿਨ੍ਹਾਂ ਬੱਚਿਆਂ ਨੇ ਆਫਲਾਈਨ ਤਿਆਰੀ ਕਰਨੀ ਹੈ ਤਾਂ ਉਹ ਆਫਲਾਈਨ ਦੇ ਜ਼ਰੀਏ ਵੀ ਕਰ ਸਕਦੇ ਨੇ। ਬਾਕੀ ਆਪਾਂ ਔਨਲਾਈਨ ਤਾਂ ਬਹੁਤ ਜ਼ਿਆਦਾ ਮਤਲਬ ਕੰਟੈਂਟ ਅਪਲੋਡ ਕਰ ਰਹੇ ਹਾਂ। ਤਾਂ ਚੱਲਦੇ ਹਾਂ ਪਹਿਲੇ ਕੁਐਸਚਨ ਦੇ ਵੱਲ। ਨੈਸ਼ਨਲ ਹਾਈਵੇ 1 ਕਨੈਕਟਸ, ਸੁਪਰ ਇੰਪੋਰਟੈਂਟ ਕੁਐਸਚਨ ਹੈ ਜੀ। ਬਹੁਤੇ ਬੱਚਿਆਂ ਨੂੰ ਨੈਸ਼ਨਲ ਹਾਈਵੇ 7 ਪਤਾ ਹੁੰਦਾ ਹੈ, ਜਾਂ 44 ਪਤਾ ਹੁੰਦਾ ਹੈ, ਅਤੇ ਜਾਂ 47 ਪਤਾ ਹੁੰਦਾ ਹੈ, ਠੀਕ ਹੈ ਜੀ। ਪਰ ਐਗਜ਼ਾਮੀਨਰ ਨੇ ਕੀ ਕਰਨਾ ਹੈ ਜੀ, ਹੁਣ ਇਹੋ ਜਿਹੇ ਕੁਐਸਚਨ ਪੁੱਛਣੇ ਨੇ ਜਿਹੜੇ ਮਤਲਬ ਤੁਹਾਨੂੰ ਲੱਗਣਗੇ ਵੀ ਈਜ਼ੀ ਵੀ ਹੈ ਪਰ ਥੋੜ੍ਹੇ ਜਿਹੇ ਟ੍ਰਿਕੀ ਨੇ, ਠੀਕ ਹੈ ਜੀ। ਤਾਂ ਨੈਸ਼ਨਲ ਹਾਈਵੇ 1 ਹੈ ਜਿਹੜਾ, ਉਹ ਕਿਹਨੂੰ ਕਿਹਨੂੰ ਕਨੈਕਟ ਕਰਦਾ ਜੀ, ਤਾਂ ਉਹ ਕਰਦਾ ਦਿੱਲੀ ਟੂ ਅੰਮ੍ਰਿਤਸਰ। ਸੀ ਆਪਸ਼ਨ ਇਹਦਾ ਜਿਹੜਾ ਹੈ ਜੀ ਸਹੀ ਆਨਸਰ ਹੈ, ਠੀਕ ਹੈ ਜੀ। ਤਾਂ ਦੇਖੋ ਜੀ ਧਿਆਨ ਨਾਲ, ਇਹਨੂੰ ਜਿਹੜਾ ਇਹ ਵਾਲਾ ਦਿੱਲੀ ਟੂ ਅੰਮ੍ਰਿਤਸਰ ਹੈ ਜੀ, ਇਹਨੂੰ ਹੋਰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਜੀ, ਇੰਡੋ ਪਾਕ ਬਾਰਡਰ, ਠੀਕ ਹੈ। ਉਹ ਵਾਲਾ ਇਹ ਹਾਈਵੇ ਹੈ ਜੀ, ਠੀਕ ਹੈ, ਇੰਡੋ ਪਾਕ ਬਾਰਡਰ, ਠੀਕ ਹੈ ਜੀ। ਇੰਨੀ ਗੱਲ ਕਲੀਅਰ ਹੈ ਜੀ। ਹੁਣ ਦੇਖੋ ਪੇਪਰ ਦੇ ਵਿੱਚ ਤੁਹਾਨੂੰ ਪੁੱਛ ਲਏ ਜਿਹੜੇ ਨੈਸ਼ਨਲ ਹਾਈਵੇਜ਼ ਨੇ, ਇਹਨਾਂ ਨੂੰ ਜਿਹੜਾ ਮੇਨਟੇਨ ਕਰਦੇ ਆ ਜਾਂ ਬਣਾਉਂਦੇ ਆ ਉਹ ਕਿਹੜੀ ਗਵਰਨਮੈਂਟ ਬਣਾਉਂਦੀ ਆ, ਤਾਂ ਉਹ ਸੈਂਟਰਲ ਗਵਰਨਮੈਂਟ ਹੈ ਜਿਹੜੀ ਉਹ ਇਹਨੂੰ ਬਣਾਉਂਦੀ ਹੈ। ਕਲੀਅਰ ਹੈ ਜੀ। ਸਟੇਟ ਹਾਈਵੇ ਦੀ ਪੇਪਰ 'ਚ ਪੁੱਛ ਲੈਣ, ਜਿਹੜੀ ਜ਼ਿੰਮੇਵਾਰੀ ਹੈ, ਰਿਸਪੋਂਸੀਬਿਲਟੀ ਹੈ, ਉਹ ਕੌਣ ਇਹਦਾ ਕਰਤਾ ਧਰਤਾ ਹੁੰਦਾ ਜੀ, ਤਾਂ ਹੁੰਦਾ ਜੀ ਸਟੇਟ ਗਵਰਨਮੈਂਟ। ਕਲੀਅਰ ਹੈ ਜੀ। ਪੇਪਰ 'ਚ ਪੁੱਛ ਲੈਣ ਜਿਹੜੇ ਬਾਰਡਰ ਰੋਡਸ ਬਣਦੇ ਨੇ, ਬਾਰਡਰ ਦੇ ਉੱਤੇ ਰੋਡ ਬਣਦੇ ਨੇ, ਉਹਨੂੰ ਕੌਣ ਬਣਾਉਂਦਾ ਜੀ, ਤਾਂ ਉਹਦੇ ਲਈ ਇੱਕ ਕੀ ਹੈ ਜੀ ਮਹਿਕਮਾ ਹੁੰਦਾ, ਜਿਹੜਾ ਪੇਪਰ ਦੇ ਵਿੱਚ ਬਹੁਤ ਪੁੱਛਿਆ ਜਾਂਦਾ, BRO, ਜਿਹਨੂੰ ਆਪਾਂ ਫੁੱਲ ਫਾਰਮ ਹੈਗੇ ਜੀ ਬਾਰਡਰ ਰੋਡ ਆਰਗੇਨਾਈਜੇਸ਼ਨ, ਠੀਕ ਹੈ ਜੀ। ਪੇਪਰ 'ਚ ਪੁੱਛ ਲੈਣ ਕਦੋਂ ਬਣਿਆ ਜੀ, ਇਹ 1960 ਦੇ ਵਿੱਚ ਇਹ ਬਣਿਆ, ਠੀਕ ਹੈ ਜੀ। ਅਤੇ ਇੱਕ ਗੱਲ ਹੋਰ ਤੁਸੀਂ ਯਾਦ ਰੱਖੋ, ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ। ਪੇਪਰ 'ਚ ਪੁੱਛ ਲੈਣ ਮੈਕਸੀਮਮ ਲੈਂਥ ਆਫ ਰੋਡਸ ਕਿੱਥੇ ਹੈ ਜੀ, ਕਿਹੜੀ ਸਟੇਟ ਦੇ ਵਿੱਚ ਹੈ ਜੀ, ਤਾਂ ਉਹ ਹੈਗਾ ਜੀ ਮਹਾਰਾਸ਼ਟਰਾ। ਇੰਨੀ ਗੱਲ ਕਲੀਅਰ ਹੈ ਜੀ। ਮੈਕਸੀਮਮ ਲੈਂਥ ਆਫ ਰੋਡਸ ਪੁੱਛੇ ਜੀ। ਜੇ ਪੇਪਰ 'ਚ ਪੁੱਛੇ ਮੈਕਸੀਮਮ ਰੋਡ ਡੈਂਸਿਟੀ ਕਿਹੜੀ ਸਟੇਟ ਦੀ ਹੈ ਜੀ, ਤਾਂ ਉਹ ਹੈਗੀ ਹੈ ਵੈਸਟ ਬੰਗਾਲ ਦੀ। ਵੈਸਟ ਬੰਗਾਲ ਦੀ ਪੇਪਰ ਦੇ ਵਿੱਚ ਰਾਜਧਾਨੀ ਪੁੱਛ ਲਏ ਤਾਂ ਕੀ ਹੈ ਜੀ, ਕਲਕੱਤਾ। ਕਲਕੱਤਾ ਕਿਹੜੀ ਨਦੀ ਦੇ ਕਿਨਾਰੇ ਵਸਿਆ ਹੋਇਆ ਜੀ, ਹੁਗਲੀ ਨਦੀ ਦੇ ਕਿਨਾਰੇ ਵਸਿਆ ਹੋਇਆ, ਠੀਕ ਹੈ ਜੀ। ਤਾਂ ਤੁਸੀਂ ਕੀ ਹੈ ਇੰਨੀ ਕੁ ਇਨਫੋਰਮੇਸ਼ਨ ਯਾਦ ਰੱਖਿਆ ਕਰੋ ਕਿ ਇੱਕ ਕੁਐਸਚਨ ਦੇ ਨਾਲ ਤੁਹਾਨੂੰ 10 ਕੁਐਸਚਨ ਹੈ ਜਿਹੜੇ ਉਹ ਯਾਦ ਆਉਣ, ਠੀਕ ਹੈ ਜੀ। ਤਾਂ ਦੇਖੋ ਦੂਜਾ ਕੁਐਸਚਨ, ਐਂਸ਼ੀਅੰਟ ਪੋਰਟ ਆਫ ਇੰਦਸ ਵੈਲੀ ਸਿਵਲਾਈਜੇਸ਼ਨ ਵਾਜ਼ ਐਟ, ਜਿਹੜਾ ਪੋਰਟ ਸੀਗਾ, ਬੰਦਰਗਾਹ ਕਹਿ ਦਈਏ ਆਪਾਂ, ਜਿੱਥੇ ਜਹਾਜ਼ ਵਗੈਰਾ ਆਉਂਦੇ ਸੀ ਪਾਣੀ ਵਾਲੇ, ਤਾਂ ਉਹ ਕਿੱਥੇ ਸੀਗੇ ਜੀ ਇੰਦਸ ਵੈਲੀ ਸਿਵਲਾਈਜੇਸ਼ਨ ਦੇ ਵੇਲੇ, ਤਾਂ ਉਹ ਸੀਗਾ ਜੀ ਡੀ ਆਪਸ਼ਨ ਲੋਥਲ ਦੇ ਵਿੱਚ, ਠੀਕ ਹੈ ਜੀ। ਲੋਥਲ, ਹੁਣ ਲੋਥਲ ਬਾਰੇ ਥੋੜ੍ਹੀ ਜਿਹੀ ਗੱਲ ਸੁਣ ਲਓ। ਇਹਦਾ ਜਿਹੜਾ ਫਾਊਂਡਰ ਸੀਗਾ ਜੀ ਉਹ ਕੌਣ ਸੀਗਾ ਜੀ, SR ਰਾਓ, ਠੀਕ ਹੈ ਜੀ। ਬਹੁਤ ਪੁੱਛਦੇ ਆ ਪੇਪਰ ਦੇ ਵਿੱਚ। ਲੋਥਲ ਪੇਪਰ 'ਚ ਪੁੱਛ ਸਕਦੇ ਆ ਕਿਹੜੀ ਨਦੀ ਦੇ ਕਿਨਾਰੇ ਜਿਹੜਾ ਸ਼ਹਿਰ ਵਸਿਆ ਹੋਇਆ ਸੀ, ਤਾਂ ਉਹ ਸੀਗਾ ਜੀ ਭੋਗਵਾ ਜਾਂ ਭੁਗਾਵਾ, ਠੀਕ ਹੈ, ਜਿਵੇਂ ਤੁਸੀਂ ਬੋਲਣਾ ਉਵੇਂ। ਭੁਗਾਵਾ ਨਦੀ ਦੇ ਕਿਨਾਰੇ ਲੋਥਲ ਵਸਿਆ ਹੋਇਆ ਜੀ। ਡੌਕਯਾਰਡ, ਠੀਕ ਹੈ, ਡੌਕਯਾਰਡ ਕਹਿ ਦੇ, ਪੋਰਟ ਕਹਿ ਦੇ, ਇੱਕੋ ਹੀ ਗੱਲ ਹੈ ਜੀ, ਠੀਕ ਹੈ। ਤਾਂ ਕਿੱਥੋਂ ਮਿਲਿਆ, ਲੋਥਲ ਤੋਂ ਮਿਲਿਆ ਜੀ। ਰਾਈਸ ਹਸਕ, ਰਾਈਸ ਹਸਕ ਕਿੱਥੋਂ ਮਿਲੇ ਜੀ, ਇਹ ਵੀ ਲੋਥਲ ਤੋਂ ਮਿਲੇ। ਮੈਨਚੈਸਟਰ ਆਫ IVC, ਮੈਨਚੈਸਟਰ ਆਫ ਇੰਦਸ ਵੈਲੀ ਸਿਵਲਾਈਜੇਸ਼ਨ ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ ਜੀ, ਉਹ ਵੀ ਤੁਹਾਡਾ ਲੋਥਲ ਨੂੰ ਕੀ ਹੈ ਕਿਹਾ ਜਾਂਦਾ ਹੈ। ਤਾਂ ਇੰਨੀ ਕੁ ਇਨਫੋਰਮੇਸ਼ਨ ਲੋਥਲ ਦੇ ਬਾਰੇ ਤੁਸੀਂ ਯਾਦ ਰੱਖਣੀ ਹੈ। ਹੁਣ ਰਾਖੀਗੜ੍ਹੀ, ਰਾਖੀਗੜ੍ਹੀ ਵੀ ਕੀ ਹੈ ਜੀ, ਇੰਦਸ ਵੈਲੀ ਸਿਵਲਾਈਜੇਸ਼ਨ ਦਾ ਇੱਕ ਸ਼ਹਿਰ ਸੀਗਾ। ਪੇਪਰ 'ਚ ਪੁੱਛ ਸਕਦੇ ਨੇ ਕਿ ਰਾਖੀਗੜ੍ਹੀ ਕਿਹਨੇ ਫਾਊਂਡ ਕੀਤੀ, ਤਾਂ ਇਹ ਕੀਤੀ ਜੀ
रफीक मुगल। ठीक है, आर ते रफीक मुगल, आर ते राखी गढ़ी। ठीक है जी, पेपर च होर पुछ लैण इंदस वैली सिविलाइजेशन की सारिਆਂ ਨਾਲੋਂ ਵੱਡੀ ਜਿਹੜੀ ਸਾਈਟ इंडिया ਦੇ ਵਿੱਚ ਕਿਹੜੀ ਹੈ, ਤਾਂ ਉਹ ਕਿਹੜੀ ਹੈ ਜੀ, ਰਾਖੀ ਗੜ੍ਹੀ। ठीक है, मैं इंडिया की गल करी है जी, इंडिया ਦੇ ਵਿੱਚ ਐਟ ਪ੍ਰੈਜ਼ੈਂਟ ਕਿਹੜੀ ਹੈ ਜੀ, ਰਾਖੀ ਗੜ੍ਹੀ ਜਿਹੜੀ ਸਾਰਿਆਂ ਨਾਲੋਂ ਵੱਡੀ ਸਾਈਟ ਹੈ। ਜੇ ਤੁਹਾਡੀ ਇੰਦਸ ਵੈਲੀ ਸਿਵਲਾਈਜੇਸ਼ਨ ਦੀ ਓਵਰਆਲ ਪੁੱਛ ਲੇ ਤਾਂ ਉਹ ਹੈਗੇ ਜੀ ਮੋਹਨ ਜਦਾੜੋ। ठीक है जी, ਮੋਹਨ ਜੋਦੜੋ ਜਾਂ ਜਦਾੜੋ। ਠੀਕ ਹੈ, ਉਹ ਕੀ ਹੈ, ਇੰਦਸ ਵੈਲੀ ਸਿਵਲਾਈਜੇਸ਼ਨ ਦੀ ਸਾਰਿਆਂ ਨਾਲੋਂ ਵੱਡੀ ਸਾਈਟ ਹੈ। ਹੁਣ ਇਹ ਪਾਕਿਸਤਾਨ ਦੇ ਵਿੱਚ ਹੈ। ਠੀਕ ਹੈ ਜੀ, ਤਾਂ ਮੋਹਨ ਜਦਾੜੋ ਨੂੰ ਹੋਰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਜੀ, ਮਾਊਂਟ ਆਫ ਡੈਡ, ਮੁਰਦਿਆਂ ਦਾ ਟਿੱਲਾ ਜੀ। ਠੀਕ ਹੈ, ਮੋਹਨ ਜਦਾੜੋ ਦਾ ਜਿਹੜਾ ਫਾਊਂਡਰ ਹੈ ਉਹ ਕੌਣ ਹੈ ਜੀ, ਰਫਲ ਦਾਸ ਬੈਨਰਜੀ, RD ਬੈਨਰਜੀ। ਠੀਕ ਹੈ ਜੀ, ਯਾਦ ਰੱਖਿਓ। ਹੜੱਪਾ, ਹੜੱਪਾ ਕਿਹੜੀ ਨਦੀ ਦੇ ਕਿਨਾਰੇ ਵਸਿਆ ਹੋਇਆ ਜੀ, ਰਾਵੀ ਨਦੀ ਦੇ ਕਿਨਾਰੇ ਇਹ ਸ਼ਹਿਰ ਸੀਗਾ ਜੀ। ਠੀਕ ਹੈ, ਹੜੱਪਾ ਨੂੰ ਜਿਹੜਾ ਫਾਊਂਡ ਕਰਨਾ ਕੀਤਾ ਸੀਗਾ ਜੀ, ਉਹ ਕੀਤਾ ਸੀਗਾ ਦਇਆ ਰਾਮ ਸਾਨੀ ਨੇ 1921 ਦੇ ਵਿੱਚ। 6 ਰੋਜ਼ ਇਨ ਗ੍ਰੈਨਰੀਜ਼, 6 ਰੋਜ਼ ਆਫ ਗ੍ਰੈਨਰੀਜ਼ ਮਤਲਬ ਜਿਹੜੇ ਗੋਦਾਮ ਸੀਗੇ 6 ਰੋ ਦੇ ਵਿੱਚ। ਕਈ ਕਿਤਾਬਾਂ ਦੇ ਵਿੱਚ ਦੱਸਿਆ ਜਾਂਦਾ ਵੀ 3 ਸੀਗੇ ਇੱਕ ਪਾਸੇ, ਮਤਲਬ 3 ਇੱਕ ਪਾਸੇ ਸੀਗੇ ਰੋ ਦੇ ਵਿੱਚ, 3 ਇੱਕ ਪਾਸੇ ਸੀ। ਕਈ ਕਿਤਾਬਾਂ ਵਿੱਚ ਸਿੱਧਾ ਦੱਸਿਆ ਹੋਇਆ ਜੀ 6 ਰੋ ਆਫ ਗ੍ਰੈਨਰੀਜ਼। ਠੀਕ ਹੈ, ਤਾਂ ਆਪਸ਼ਨ 'ਤੇ ਡਿਪੈਂਡ ਕਰਦਾ, ਤਾਂ ਤੁਹਾਡਾ ਇਹ ਹੋ ਜਾਊਗਾ। ਇੰਨੀ ਗੱਲ ਕਲੀਅਰ ਹੈ ਜੀ। ਤਾਂ ਹੁਣ ਦੇਖੋ ਢੋਲਾ ਵੀਰਾ 'ਤੇ ਆ ਜਾਓ। ਢੋਲਾ ਵੀਰਾ ਕਿਹਨੇ ਫਾਈਂਡ ਕੀਤੀ ਜੀ, JP ਜੋਸ਼ੀ। ਠੀਕ ਹੈ ਜੀ, ਢੋਲਾ ਵੀਰਾ ਕਿਹੜੀ ਨਦੀ ਦੇ ਕਿਨਾਰੇ ਜਿਹੜੀ ਇਹ ਸਾਈਟ ਹੈ ਜੀ, ਇਹ ਹੈਗੇ ਜੀ ਲੂਨੀ ਨਦੀ ਦੇ ਕਿਨਾਰੇ। ਇੰਨੀ ਗੱਲ ਕਲੀਅਰ ਹੈ ਜੀ। ਹੁਣ ਤੁਸੀਂ ਸੋਚਦੇ ਹੋਵੋਗੇ ਵੀ ਇਹ ਸਾਰੀਆਂ ਨਦੀਆਂ ਕੀ ਨੇ ਜੀ, ਜਿਵੇਂ ਰਾਵੀ, ਕੋਈ ਲੂਨੀ, ਤਾਂ ਇਹ ਸਾਰੀਆਂ ਕੀ ਹੈ ਜੀ, ਮਤਲਬ ਸਤਲੁਜ, ਬਿਆਸ, ਰਾਵੀ, ਝਨਾਬ, ਜੇਹਲਮ, ਇਹ ਸਾਰੀਆਂ ਇੰਦਸ ਵੈਲੀ ਦੀਆਂ ਸੌਰੀ ਇੰਦਸ ਜਿਹੜਾ ਦਰਿਆ ਹੈਗਾ, ਸਿੰਧੂ ਦਰਿਆ, ਉਹਦੀ ਟ੍ਰਿਬਿਊਟਰੀਜ਼ ਨੇ। ਠੀਕ ਹੈ ਜੀ, ਇੰਦਸ ਵੈਲੀ ਸਿਵਲਾਈਜੇਸ਼ਨ ਇਹਦਾ ਨਾਮ ਸੀਗਾ ਜਿਹੜਾ ਇਹ ਕਿਹਨੇ ਦਿੱਤਾ ਸਾਰਿਆਂ ਨੂੰ ਪਹਿਲੀ ਵਾਰ ਜੀ, ਜੌਹਨ ਮਾਰਸ਼ਲ। ਠੀਕ ਹੈ ਜੀ, ਸਕਾਲਰ ਸੀਗਾ। ਇੰਨੀ ਗੱਲ ਤੁਸੀਂ ਯਾਦ ਰੱਖਣੀ ਹੈ। ਸਾਰਿਆਂ ਨਾਲੋਂ ਪਹਿਲਾਂ ਜਿਹੜਾ ਸ਼ਹਿਰ ਲੱਭਿਆ ਗਿਆ ਉਹ ਕਿਹੜਾ ਲੱਭਿਆ ਜੀ, ਹੜੱਪਾ। ਠੀਕ ਹੈ, ਇਹ ਵੀ ਤੁਸੀਂ ਯਾਦ ਰੱਖਣਾ ਹੈ। ਤਾਂ ਕਰਕੇ ਇਹਨੂੰ ਕੀ ਕਿਹਾ ਜਾਂਦਾ ਜੀ, ਹੜੱਪਾ ਸਿਵਲਾਈਜੇਸ਼ਨ ਵੀ ਕਹਿ ਦਿੱਤਾ ਜਾਂਦਾ ਹੈ। ਬਿੰਬੀਸਾਰਾ ਵਾਜ਼ ਸਕਸੀਡ ਬਾਏ, ਬਿੰਬੀਸਾਰ ਜਿਹੜਾ ਰਾਜਾ ਸੀ ਇਹਨੂੰ ਕਿਹਨੇ ਸਕਸੀਡ ਕੀਤਾ, ਤਾਂ ਇਹਨੂੰ ਸਕਸੀਡ ਕੀਤਾ ਜੀ ਅਜਾਤ ਸ਼ਤਰੂ। ਇਹਦਾ ਕੀ ਸੀਗਾ ਜੀ, ਪੁੱਤਰ ਸੀਗਾ। ਠੀਕ ਹੈ, ਪੇਪਰ 'ਚ ਪੁੱਛ ਸਕਦੇ ਆ ਬਿੰਬੀਸਾਰ ਦਾ ਪੁੱਤਰ ਕੌਣ ਸੀ, ਅਜਾਤ ਸ਼ਤਰੂ। ਜਾਂ ਪੁੱਛ ਸਕਦੇ ਨੇ ਬਿੰਬੀਸਾਰ ਨੂੰ ਕਿਹਨੇ ਕਤਲ ਕੀਤਾ, ਤਾਂ ਅਜਾਤ ਸ਼ਤਰੂ ਉਹਦੇ ਪੁੱਤਰ ਨੇ ਕਤਲ ਕੀਤਾ। ਇੰਨੀ ਗੱਲ ਕਲੀਅਰ ਹੈ ਜੀ। ਹੁਣ ਦੇਖੋ ਜੀ, ਬਿੰਬੀਸਾਰ ਪੇਪਰ 'ਚ ਪੁੱਛ ਲੈਣ ਕਿਹੜੇ ਵੰਸ਼ ਦਾ ਰਾਜਾ ਜੀ, ਤਾਂ ਇਹ ਹੈਗਾ ਜੀ ਹਰਿਅੰਕਾ ਡਾਇਨੈਸਟੀ ਦਾ। ਹਰਿਅੰਕਾ ਡਾਇਨੈਸਟੀ ਦਾ ਜਿਹੜਾ ਰਾਜਾ ਹੈ ਉਹ ਕੌਣ ਹੈ ਜੀ, ਬਿੰਬੀਸਾਰ ਹੈ ਜੀ। ਫਾਊਂਡਰ ਕੌਣ ਹੈ, ਉਹ ਵੀ ਬਿੰਬੀਸਾਰ ਹੈ। ਪੁੱਛਿਆ ਹੋਇਆ ਕੁਐਸਚਨ ਹੈ ਜੀ, PSPCL ਅਤੇ ਨਵੋਦਿਆ ਵਿਦਿਆਲਿਆ ਦੇ ਵਿੱਚ ਇਹ ਕੁਐਸਚਨ ਆਇਆ ਹੋਇਆ ਹੈ। ਬਿੰਬੀਸਾਰ ਤੋਂ ਬਾਅਦ ਕੌਣ ਆਇਆ ਜੀ, ਅਜਾਤ ਸ਼ਤਰੂ। ਠੀਕ ਹੈ ਜੀ, ਅਜਾਤ ਸ਼ਤਰੂ ਤੋਂ ਬਾਅਦ ਕੌਣ ਆਇਆ ਜੀ, ਉਡੈਨ। ਉਡੈਨ ਬਾਰੇ ਤੁਸੀਂ ਕੀ ਗੱਲ ਯਾਦ ਰੱਖ ਸਕਦੇ ਹੋ, ਪਾਟਲੀਪੁੱਤਰ ਜਿਹੜਾ ਸ਼ਹਿਰ ਸੀਗਾ ਉਹ ਕਿਹਨੇ ਵਸਾਇਆ ਜੀ, ਤਾਂ ਉਡੈਨ ਨੇ ਕੀ ਹੈ ਵਸਾਇਆ ਜੀ। ਠੀਕ ਹੈ, ਪਟਨਾ ਕਹਿੰਦੇ ਜਿਹਨੂੰ। ਠੀਕ ਹੈ, ਤਾਂ ਧਿਆਨ ਰੱਖਿਓ। ਇਸ ਤੋਂ ਬਾਅਦ ਜਿਹੜਾ ਲਾਸਟ ਰੂਲਰ ਸੀਗਾ ਜੀ ਹਰਿਅੰਕਾ ਵੰਸ਼ ਦਾ, ਉਹ ਸੀਗਾ ਜੀ ਨਾਗ ਡਸਕ। ਠੀਕ ਹੈ ਜੀ, ਅਜਾਤ ਸ਼ਤਰੂ ਬਾਰੇ ਥੋੜ੍ਹੀ ਤੁਹਾਨੂੰ ਮੈਂ ਗੱਲ ਦੱਸ ਦਿੰਦਾ। ਫਸਟ ਬੁੱਧਿਸਟ ਕਾਉਂਸਿਲ 483 BC ਦੇ ਵਿੱਚ ਕਿਹਨੇ ਕਰਵਾਈ ਜੀ, ਅਜਾਤ ਸ਼ਤਰੂ ਨੇ। ਪਹਿਲੀ ਬੁੱਧਿਸਟ ਕਾਉਂਸਿਲ ਜੀ ਕਿਹਨੇ ਕਰਵਾਈ, ਉਹ ਅਜਾਤ ਸ਼ਤਰੂ ਨੇ ਕਰਵਾਈ ਜੀ 483 BC ਦੇ ਵਿੱਚ। ਪੇਪਰ 'ਚ ਪੁੱਛ ਲੈਣ ਕਿ ਕਿੰਨੀਆਂ ਬੁੱਧਿਸਟ ਕਾਉਂਸਿਲਸ ਹੋਈਆਂ ਹੋਈਆਂ ਨੇ, 4 ਹੋਈਆਂ ਨੇ। ਪਹਿਲੀ ਕਿੱਥੇ ਹੋਈ ਜੀ, ਰਾਜਗੀਰ। ਠੀਕ ਹੈ, ਰਾਜਗੀਰ ਤੋਂ ਇੱਕ ਕੁਐਸਚਨ ਹੋਰ ਯਾਦ ਆ ਗਿਆ ਜੀ, ਕੀ ਹੈ ਜਿਹੜਾ ਬਿੰਬੀਸਾਰ ਸੀ ਇਹਦੀ ਕੈਪੀਟਲ ਕਿਹੜੀ ਸੀਗੀ ਜੀ, ਤਾਂ ਰਾਜਗੀਰ ਸੀਗੀ। ਠੀਕ ਹੈ, ਤਾਂ ਪਹਿਲੀ ਬੁੱਧਿਸਟ ਕਾਉਂਸਿਲ ਹੋਈ ਜੀ ਰਾਜਗੀਰ ਦੇ ਵਿੱਚ। ਦੂਜੀ ਹੋਈ ਜੀ ਵੈਸ਼ਾਲੀ। ਠੀਕ ਹੈ ਜੀ, ਤੀਜੀ ਕਿੱਥੇ ਹੋਈ ਜੀ, ਪਾਟਲੀਪੁੱਤਰ। ਚੌਥੀ ਕਿੱਥੇ ਹੋਈ ਜੀ, ਕੁੰਡਲਾਵਨ। ਠੀਕ ਹੈ ਜੀ, ਕੁੰਡਲਾਵਨ ਜੰਮੂ ਕਸ਼ਮੀਰ ਦੇ ਵਿੱਚ। ਠੀਕ ਹੈ ਜੀ, ਤਾਂ ਪਹਿਲੀਆਂ 3 ਹੋਈਆਂ ਜੀ ਇੱਥੇ, ਪਰ ਜੇ ਸਟੇਟ ਪੁੱਛ ਲੈਣ ਤਾਂ ਕਿੱਥੇ ਹੋਈ ਜੀ, ਬਿਹਾਰ ਦੇ ਵਿੱਚ। ਠੀਕ ਹੈ, ਇੰਨੀ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ ਜੀ। ਠੀਕ ਹੈ ਜੀ, ਫਸਟ ਟੀਚਰ ਆਫ ਗੌਤਮ ਬੁੱਧ ਵਾਜ਼, ਗੌਤਮ ਬੁੱਧ ਦੇ ਜਿਹੜੇ ਪਹਿਲੇ ਟੀਚਰ ਸੀਗੇ ਉਹ ਕੌਣ ਸੀਗੇ ਜੀ, ਤਾਂ ਉਹ ਸੀਗੇ ਅਲਾਰ ਕਲਾਮਾ।
ए ऑप्शन ਇਹਦਾ सही आंसर है जी। ਹੁਣ गौतम बुद्ध बारे मैं ਤੁਹਾਨੂੰ थोड़ा ਜਿਹਾ ਦੱਸਦਾ। ਪਹਿਲੀ ਗੱਲ ਤਾਂ ਪੇਪਰ 'ਚ ਪੁੱਛ ਲੈਣ ਗੌਤਮ ਬੁੱਧ ਦੇ ਫਾਦਰ ਦਾ ਕੀ ਨਾਮ ਸੀਗਾ ਜੀ, ਤਾਂ ਉਹ ਸੀਗੇ ਸਦੂਦਾਨਾ। ਤਾਂ ਇਹ ਕੌਣ ਸੀਗੇ ਜੀ, ਇਹਨਾਂ ਦੇ ਫਾਦਰ ਸੀਗੇ। ਮਹਾਮਾਇਆ ਕੀ ਸੀਗੇ ਜੀ, ਇਹਨਾਂ ਦੇ ਮਦਰ ਸੀਗੇ। ਇੰਨੀ ਗੱਲ ਕਲੀਅਰ ਹੈ ਜੀ। ਜਦੋਂ ਗੌਤਮ ਬੁੱਧ ਦਾ ਜਨਮ ਹੋਇਆ ਜੀ ਕਿੰਨੇ ਈਸਵੀ 'ਚ, 563 BC ਲੂੰਬਣੀ ਦੇ ਵਿੱਚ, ਠੀਕ ਹੈ ਜੀ। ਤਾਂ ਇਹ 7 ਦਿਨਾਂ ਦੇ ਸੀਗੇ ਜੀ ਜਦੋਂ ਇਹਨਾਂ ਦੀ ਮਦਰ ਦੀ ਕੀ ਹੋ ਗਈ, ਡੈਥ ਹੋ ਗਈ। ਤਾਂ ਇਹਨਾਂ ਦੀ ਜਿਹੜੀ ਸਟੈਪ ਮਦਰ ਸੀ ਉਹ ਕੌਣ ਸੀਗੇ ਜੀ, ਤਾਂ ਗੌਤਮੀ, ਠੀਕ ਹੈ। ਪੁੱਛਦਾ ਪੇਪਰ ਦੇ ਵਿੱਚ ਤਾਂ ਸਟੈਪ ਮਦਰ ਕੌਣ ਸੀਗੇ, ਗੌਤਮੀ ਸੀ। ਮਦਰ ਕੌਣ ਸੀ, ਮਹਾਮਾਇਆ, ਠੀਕ ਹੈ ਜੀ। ਇੱਥੋਂ ਤੱਕ ਕਲੀਅਰ ਹੈ ਜੀ। 29 ਸਾਲ ਦੀ ਉਮਰ ਦੇ ਵਿੱਚ ਕੀ ਹੈ ਜੀ, ਘਰ ਛੱਡਤਾ ਸੀ, ਠੀਕ ਹੈ ਜੀ। 29 ਸਾਲ ਦੀ ਉਮਰ ਦੇ ਵਿੱਚ ਘਰ ਛੱਡਤਾ ਸੀ। ਘਰ ਛੱਡਣ ਦਾ ਜਿਹੜਾ ਪ੍ਰੋਸੈਸ ਹੈ ਉਹਨੂੰ ਕੀ ਕਿਹਾ ਜਾਂਦਾ ਜੀ, ਮਹਾਬਨੀਸ਼ ਕਰਮਾਣਾ, ਠੀਕ ਹੈ ਜੀ। ਮਹਾਬਨੀਸ਼ ਕਰਮਾਣਾ। 563 ਦੇ ਵਿੱਚ ਜਨਮ ਸੀਗਾ, 483 ਦੇ ਵਿੱਚ ਕੀ ਹੈ ਜੀ, ਇਹਨਾਂ ਦੀ ਡੈਥ ਹੋ ਗਈ ਸੀ, ਠੀਕ ਹੈ ਜੀ। 483 BC ਦੇ ਵਿੱਚ ਕੁਸ਼ੀਨਾਗਰਾ ਬਿਹਾਰ ਦੇ ਵਿੱਚ ਹੈ ਜੀ ਇਹ ਏਰੀਆ, ਠੀਕ ਹੈ ਜੀ। ਤਾਂ ਉੱਥੇ ਇਹਨਾਂ ਦੀ ਕੀ ਹੋ ਗਈ ਸੀਗੀ ਜੀ, ਡੈਥ ਹੋ ਗਈ ਸੀ। ਡੈਥ ਦੀ ਪ੍ਰਕਿਰਿਆ ਨੂੰ ਕੀ ਕਿਹਾ ਜਾਂਦਾ, ਪੇਪਰ 'ਚ ਪੁੱਛ ਲੈਂਦੇ ਨੇ, ਮਹਾਪਰਿਨਿਰਵਾਣਾ, ਠੀਕ ਹੈ ਜੀ। ਇੰਨੀ ਗੱਲ ਕਲੀਅਰ ਹੈ। ਹੁਣ ਡੀ ਆਪਸ਼ਨ ਦੇ ਵਿੱਚ ਸੁਜਾਤਾ ਦੇ ਸੀ ਇਹਦਾ। ਸੁਜਾਤਾ ਉਹ ਲੇਡੀ ਸੀ ਜਦੋਂ ਇਹ ਮਤਲਬ ਬੋਧ ਗਾਇਆ ਟਰੀ ਦੇ ਥੱਲੇ ਇਹਨਾਂ ਨੂੰ ਜਦੋਂ ਗਿਆਨ ਦੀ ਪ੍ਰਾਪਤੀ ਹੋਈ ਸੀ ਤਾਂ ਉੱਥੇ ਇਹਨਾਂ ਨੂੰ ਮਤਲਬ ਉਦੋਂ ਬਾਅਦ ਭੋਜਨ ਵਗੈਰਾ ਜਾਂ ਰਾਈਸ ਵਗੈਰਾ ਕੌਣ ਦਿੰਦੀ ਸੀਗੀ ਜੀ, ਸੁਜਾਤਾ ਦਿੰਦੀ ਸੀ। ਹੋਰ ਪੁੱਛ ਲੈਂਦੇ ਆ ਪੇਪਰ ਦੇ ਵਿੱਚ ਕਿ ਕੰਠਕ ਕਿਹਦਾ ਨਾਮ ਸੀ, ਕੰਠਕ ਜਾਂ ਕੰਥਕ, ਇਹ ਸੀਗਾ ਜੀ ਮਹਾਤਮਾ ਬੁੱਧ ਦੇ ਹਾਰਸ ਦਾ ਨਾਮ, ਠੀਕ ਹੈ ਜੀ। ਇੰਨੀ ਗੱਲ ਕਲੀਅਰ ਹੈ ਜੀ, ਧਿਆਨ ਦੇ ਵਿੱਚ ਤੁਸੀਂ ਰੱਖਣੀ ਹੈ। ਦਾ ਸਿੰਬਲ ਰਿਪਰਜੈਂਟ ਮਹਾਵੀਰ ਜੈਨ। ਮਹਾਵੀਰ ਜੈਨ ਨੂੰ ਜਿਹੜਾ ਸਿੰਬਲ ਰਿਪਰਜੈਂਟ ਕਰਦਾ ਉਹ ਕਿਹੜਾ ਕਰਦਾ ਜੀ, ਤਾਂ ਉਹ ਕਰਦਾ ਹੈਗਾ ਲਾਇਨ। ਸੀ ਆਪਸ਼ਨ ਇਹਦਾ ਸਹੀ ਆਂਸਰ ਹੈ ਜੀ। ਦੇਖੋ ਸਿੰਬਲ ਮਤਲਬ ਕੀ ਹੈ ਜੀ, ਇਹ ਸਿੱਧਾ ਵਨ ਲਾਈਨਰ ਕੁਐਸਚਨ ਪੇਪਰ 'ਚ ਆ ਜਾਂਦਾ ਹੈ ਕਿ ਜਿਹੜੇ ਜੈਨ ਧਰਮ ਦੇ ਵਿੱਚ ਕੀ ਹੈ ਜੀ, ਕਿੰਨੇ ਤੀਰਥੰਕਰ ਹੋਏ ਨੇ। ਤੀਰਥੰਕਰ ਹੈ ਜਿਹੜੇ ਉਹ ਵਰਡਸ ਨੇ ਜਿਹੜੇ ਉਹ ਵਰਡ ਕਹੂਗਾ ਜੀ ਉਹ ਪੇਪਰ ਦੇ ਵਿੱਚ, ਕਿੰਨੇ ਤੀਰਥੰਕਰ ਹੋਏ ਨੇ ਟੋਟਲ, ਤਾਂ 24 ਹੋਏ ਨੇ ਜੀ, ਠੀਕ ਹੈ। ਪੇਪਰ 'ਚ ਪੁੱਛ ਸਕਦਾ ਹੈ ਕਿ ਫਰਸਟ ਤੀਰਥੰਕਰ ਕੌਣ ਸੀ, ਤਾਂ ਉਹਦਾ ਨਾਮ ਸੀਗਾ ਜੀ ਰਿਸ਼ਭਨਾਥ ਜਾਂ ਰਿਸ਼ਭਦੇਵ ਕਹਿ ਦਿੰਦੇ ਨੇ। 23rd ਸੀਗੇ ਜਿਹੜੇ ਉਹ ਕੌਣ ਸੀਗੇ ਜੀ, ਪਰਸਵਨਾਥ, ਠੀਕ ਹੈ ਜੀ। 24th ਕੀ ਸੀਗੇ ਜੀ, ਮਹਾਵੀਰ ਜੈਨ, ਠੀਕ ਹੈ। ਤੁਸੀਂ ਧਿਆਨ ਦੇ ਵਿੱਚ ਰੱਖਣਾ 24 ਤੀਰਥੰਕਰ ਹੋਏ ਨੇ, ਠੀਕ ਹੈ ਜੀ। ਹੁਣ ਪਹਿਲੇ ਜਿਹੜੇ ਰਿਸ਼ਵਨਾਥ ਸੀਗੇ ਉਹਨਾਂ ਦੇ ਲਈ ਸਿੰਬਲ ਕੀ ਸੀਗਾ, ਅਲੱਗ ਸੀਗਾ, ਜਿਹੜਾ ਕਿ ਸੀਗਾ ਬੁੱਲ। ਪੇਪਰ 'ਚ ਪੁੱਛ ਸਕਦੇ ਨੇ ਬੁੱਲ ਕਿਹੜੇ ਤੀਰਥੰਕਰ ਦੇ ਲਈ ਇਹ ਸਿੰਬਲ ਹੈ ਜੀ, ਕਿਹੜੇ ਤੀਰਥੰਕਰ ਨੂੰ ਰਿਪਰਜੈਂਟ ਕਰਦਾ, ਰਿਸ਼ਵਨਾਥ ਨੂੰ ਕਰਦਾ ਜੀ। ਪਰਸਵਨਾਥ ਨੂੰ ਕਿਹੜਾ ਸਿੰਬਲ ਹੈ ਜਿਹੜਾ ਉਹ ਰਿਪਰਜੈਂਟ ਕਰਦਾ ਜੀ, ਉਹ ਕਰਦਾ ਜੀ ਸਰਪੈਂਟ। ਇਹ ਵੀ ਤੁਸੀਂ ਯਾਦ ਰੱਖਣਾ ਹੈ। ਮਹਾਵੀਰ ਜੈਨ ਨੂੰ ਕਿਹੜਾ ਕਰਦਾ ਜੀ, ਲਾਇਨ ਕਰਦਾ। ਇੰਨੀ ਗੱਲ ਕਲੀਅਰ ਹੈ ਜੀ। ਹੁਣ ਮਹਾਵੀਰ ਜੈਨ ਦਾ ਪੇਪਰ ਦੇ ਵਿੱਚ ਪੁੱਛ ਲੈਂਦੇ ਨੇ ਜਨਮ ਕਦੋਂ ਹੋਇਆ ਜੀ, 540 BC ਦੇ ਵਿੱਚ ਹੋਇਆ ਜੀ, ਠੀਕ ਹੈ। ਇਹਨਾਂ ਦੀ ਜਿਹੜੀ ਗਿਆਨ ਦੀ ਪ੍ਰਾਪਤੀ ਸੀ, ਮਤਲਬ ਪਰਫੈਕਟ ਨੌਲੇਜ ਕਹਿ ਦਿੰਦੇ ਆਪਾਂ, ਪਰਫੈਕਟ ਨੌਲੇਜ ਕਹਿ ਦਈਏ ਵੀ ਗਿਆਨ ਦੀ ਪ੍ਰਾਪਤੀ ਜਿਹੜੀ ਮਹਾਵੀਰ ਜੈਨ ਨੂੰ ਹੋਈ, ਉਹਨੂੰ ਜਿਹੜੇ ਪ੍ਰੋਸੈਸ ਨੂੰ ਕੀ ਕਿਹਾ ਜਾਂਦਾ। ਹੁਣ ਦੇਖੋ ਥੋੜ੍ਹੀ ਜਿਹੀ ਗੱਲ ਸਮਝੋ, ਜਦੋਂ ਤਾਂ ਮਹਾਤਮਾ ਬੁੱਧ ਦੀ ਗੱਲ ਕਰਦਾ ਵੀ ਮਹਾਤਮਾ ਬੁੱਧ ਨੂੰ ਜਦੋਂ ਗਿਆਨ ਦੀ ਪ੍ਰਾਪਤੀ ਹੋਈ ਤਾਂ ਉਹ ਪ੍ਰੋਸੈਸ ਨੂੰ ਕੀ ਕਿਹਾ ਜਾਂਦਾ ਜੀ, ਤਾਂ ਉਦੋਂ ਕਿਹਾ ਜਾਂਦਾ ਜੀ ਨਿਰਵਾਣ, ਠੀਕ ਹੈ ਜੀ। ਨਿਰਵਾਣ ਦੀ ਪ੍ਰਾਪਤੀ ਕਦੋਂ ਹੋਈ, ਕਿੱਥੇ ਹੋਈ, ਪੇਪਰ 'ਚ ਪੁੱਛ ਸਕਦੇ ਨੇ। ਤਾਂ ਉਹ ਮਹਾਤਮਾ ਬੁੱਧ ਵੇਲੇ ਟਰਮ ਹੈ ਜਿਹੜੀ ਉਹ ਵਰਤੀ ਜਾਂਦੀ ਹੈ। ਪਰ ਜਦੋਂ ਮਹਾਵੀਰ ਜੈਨ ਦੀ ਗੱਲ ਕਰੂਗਾ ਕਿ ਮਹਾਵੀਰ ਜੈਨ ਨੂੰ ਗਿਆਨ ਦੀ ਪ੍ਰਾਪਤੀ ਦੇ ਜਿਹੜੇ ਪ੍ਰੋਸੈਸ ਨੂੰ ਕੀ ਕਿਹਾ ਜਾਂਦਾ ਜੀ, ਤਾਂ ਉਹ ਕਿਹਾ ਜਾਂਦਾ ਜੀ ਕੈਵਲਿਆ, ਠੀਕ ਹੈ ਜੀ। ਇਹ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ, ਠੀਕ ਹੈ ਜੀ। 540 BC ਦੇ ਵਿੱਚ ਕੀ ਉਹਨਾਂ ਦਾ ਜਨਮ ਹੋਇਆ ਸੀਗਾ, ਡੈਥ ਕਦੋਂ ਹੋਈ ਜੀ, 468 ਦੇ ਵਿੱਚ, ਠੀਕ ਹੈ ਜੀ। 540 ਦੇ ਵਿੱਚ ਜਨਮ ਹੈ ਜੀ, 468 BC ਦੇ ਵਿੱਚ ਕੀ ਹੈ ਜੀ, ਡੈਥ ਹੋਈ। ਕਿੱਥੇ ਜੀ, ਪਾਵਾਪੁਰੀ। ਜਾਂ ਪੇਪਰ 'ਚ ਇਕੱਲਾ ਪਾਵਾ ਆ ਜਾਂਦਾ ਤਾਂ ਯਾਦ ਰੱਖੋ ਯੂਪੀ ਦੇ ਵਿੱਚ ਪੈਂਦਾ ਜੀ ਇਹ। ਇੰਨੀ ਗੱਲ ਕਲੀਅਰ ਹੈ ਜੀ। ਹੋਰ ਤੁਸੀਂ ਕੀ ਯਾਦ ਰੱਖ ਸਕਦੇ ਹੋ, 5th ਜਿਹੜਾ
ਪ੍ਰਿੰਸੀਪਲ ਸੀਗਾ ਜੀ। ਇਹਨਾਂ ਨੇ ਮਤਲਬ ਜਿਹੜੇ ਜੈਨ ਧਰਮ ਵਾਲੇ ਜਿਹੜੇ ਤੀਰਥੰਕਰ ਸੀਗੇ, ਇਹਨਾਂ ਨੇ ਕੀ ਹੈ ਜੀ 5 ਪ੍ਰਿੰਸੀਪਲ ਦਿੱਤੇ ਸੀ। ਤਾਂ ਪੇਪਰ 'ਚ ਸਿੱਧਾ ਪੁੱਛ ਸਕਦਾ ਵੀ ਜਿਹੜਾ 5th ਪ੍ਰਿੰਸੀਪਲ ਹੈ, ਕਿਉਂਕਿ ਇਹ ਪੇਪਰ ਪੁਆਇੰਟ ਆਫ ਵਿਊ ਦੇ ਨਾਲ ਇੰਪੋਰਟੈਂਟ ਹੈ। ਇਹ ਕਿਹਨੇ ਦਿੱਤਾ ਜੀ? ਤਾਂ ਇਹ ਮਹਾਵੀਰ ਜੈਨ ਨੇ ਦਿੱਤਾ। ਜਿਹਦੇ ਵਿੱਚ ਕੀ ਲਿਖਿਆ ਹੋਇਆ ਜੀ? ਬ੍ਰਹਮਚਾਰਿਆ। ਠੀਕ ਹੈ ਜੀ, ਤਾਂ ਧਿਆਨ ਰੱਖਿਓ, ਇੰਪੋਰਟੈਂਟ ਇਹ ਇਨਫੋਰਮੇਸ਼ਨ ਹੈ। ਤਾਂ ਇਹਨਾਂ ਦੇ ਜਿਹੜਾ ਜਵਾਈ ਸੀਗਾ, ਫਸਟ ਡਿਸਪਾਈਲ ਪੁੱਛ ਸਕਦੇ ਆ ਕੌਣ ਸੀਗਾ? ਤਾਂ ਉਹ ਜਵਾਈ ਸੀਗਾ ਜੀ ਇਹਨਾਂ ਦਾ, ਸਨ ਇਨ ਲਾਅ ਸੀਗਾ, ਜਿਹਦਾ ਨਾਮ ਸੀਗਾ ਜਮਾਲੀ। ਪੇਪਰ 'ਚ ਪੁੱਛ ਸਕਦਾ ਹੈ, ਤਾਂ ਧਿਆਨ ਰੱਖਿਓ। ਠੀਕ ਹੈ, ਜਮਾਲੀ ਕੀ ਸੀ ਇਹਨਾਂ ਦਾ? ਸਨ ਇਨ ਲਾਅ ਸੀ। ਵਿਚ ਆਫ ਦਾ ਫੋਲੋਇੰਗ ਇਜ਼ ਰੱਬੀ ਕ੍ਰੌਪ? ਦੇਖੋ ਜੀ 3 ਤਰ੍ਹਾਂ ਦੀਆਂ ਕ੍ਰੌਪਸ ਹੁੰਦੀਆਂ ਨੇ। ਤਾਂ ਪਹਿਲਾਂ ਆਪਾਂ ਇਹਦਾ ਜਵਾਬ ਲੈ ਲਈਏ। ਰੱਬੀ ਕ੍ਰੌਪ ਕਿਹੜੀ? ਜਿਨ੍ਹਾਂ ਵਿੱਚੋਂ ਡੀ ਆਪਸ਼ਨ, ਵੀਟ ਹੈ ਜਿਹੜੀ, ਕਣਕ, ਗੇਹੂੰ ਕਹਿੰਦੇ ਨੇ ਜਿਹਨੂੰ ਆਪਾਂ, ਉਹ ਰੱਬੀ ਕ੍ਰੌਪ ਆ। ਦੇਖੋ ਜੀ 3 ਤਰ੍ਹਾਂ ਦੀਆਂ ਕ੍ਰੌਪਸ ਹੁੰਦੀਆਂ ਨੇ। ਇੱਕ ਹੁੰਦੀ ਹੈ ਜੀ ਰੱਬੀ, ਠੀਕ ਹੈ ਜੀ। ਇੱਕ ਹੁੰਦੀਆਂ ਜੀ ਖਰੀਫ, ਠੀਕ ਹੈ। ਇੱਕ ਹੁੰਦੀ ਹੈ ਤੁਹਾਡੀ ਜ਼ੈਦ, ਠੀਕ ਹੈ। ਰੱਬੀ, ਖਰੀਫ ਤੇ ਜ਼ੈਦ, ਠੀਕ ਹੈ। ਰੱਬੀ ਤੇ ਖਰੀਫ ਜ਼ਿਆਦਾ ਇੰਪੋਰਟੈਂਟ ਨੇ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਰੱਬੀ ਦੀਆਂ ਜਿਹੜੀਆਂ ਫਸਲਾਂ ਨੇ ਉਹਨਾਂ ਦੇ ਵਿੱਚ ਕਿਹੜੀਆਂ ਕਿਹੜੀਆਂ ਤੁਹਾਡੀਆਂ ਕ੍ਰੌਪਸ ਆਉਂਦੀਆਂ ਨੇ? ਤਾਂ ਉਹਦੇ ਵਿੱਚ ਆਉਂਦੀ ਹੈ ਜੀ ਵੀਟ, ਜਿਹੜਾ ਕਿ ਕੁਐਸਚਨ ਹੈ ਜੀ। ਬਾਰਲੇ, ਬਾਰਲੇ ਕਿਹਨੂੰ ਕਹਿੰਦੇ ਆ ਜੀ? ਜੌਂ ਨੂੰ, ਠੀਕ ਹੈ ਜੀ। ਤੇ ਤੁਹਾਡਾ ਪਲਸਸ ਮਤਲਬ ਦਾਲਾਂ ਵਗੈਰਾ, ਠੀਕ ਹੈ, ਐਸੈਟਰਾ। ਇਹ ਮੇਨ ਹੈ ਜੀ, ਪੇਪਰ 'ਚ ਤੁਹਾਨੂੰ ਪੁੱਛ ਸਕਦਾ ਹੈ। WBP ਦਾ ਤੁਸੀਂ ਕੀ ਹੈ ਜੀ ਟ੍ਰਿਕ ਯਾਦ ਰੱਖਣਾ ਹੈ, ਠੀਕ ਹੈ। WB ਤੇ P ਦਾ ਟ੍ਰਿਕ ਤੁਸੀਂ ਯਾਦ ਰੱਖਣਾ ਰੱਬੀ ਕ੍ਰੌਪ ਦੇ ਵੇਲੇ। ਖਰੀਫ ਦੀਆਂ ਪੇਪਰ 'ਚ ਪੁੱਛ ਲੈਂਦੇ ਨੇ ਕਿਹੜੀਆਂ ਫਸਲਾਂ ਨੇ? ਤਾਂ ਉਹ ਹੈਗੀਆਂ ਜੀ ਤੁਹਾਡਾ ਰਾਈਸ, ਰਾਈਸ ਹੈ ਜੀ, ਝੋਨਾ ਜਿਹਨੂੰ ਆਪਾਂ ਕਹਿੰਦੇ ਚੌਲ ਕਹਿੰਦੇ ਨੇ ਜੀ, ਠੀਕ ਹੈ। ਕਾਟਨ, ਕਾਟਨ ਹੈ ਜੀ, ਠੀਕ ਹੈ। ਤੇ ਤੁਹਾਡੀ ਮਿਲਟਸ, ਠੀਕ ਹੈ ਜੀ, ਮੇਜ਼ ਐਸੈਟਰਾ। ਇਹ ਸਾਰੀਆਂ ਕੀ ਨੇ ਜੀ? ਖਰੀਫ ਦੀਆਂ ਫਸਲਾਂ ਨੇ। ਤੇ ਜ਼ੈਦ ਦੇ ਵਿੱਚ ਮਤਲਬ ਕੀ ਹੈ, ਜਿਵੇਂ ਵੈਜੀਟੇਬਲ ਵਗੈਰਾ ਆ ਜਾਂਦੇ ਨੇ। ਵੈਜੀਟੇਬਲ ਜਿਹੜੇ ਬੀਜਦੇ ਆ ਜੀ, ਉਹਦਾ ਮੌਸਮ ਹੁੰਦਾ ਹੈ ਵੈਜੀਟੇਬਲ ਫਰੂਟਸ, ਠੀਕ ਹੈ ਜੀ। ਤਾਂ ਧਿਆਨ ਰੱਖਿਓ। ਹੁਣ ਪੇਪਰ 'ਚ ਪੁੱਛ ਲੈਂਦੇ ਨੇ ਵੀ ਜਿਹੜੀ ਰੱਬੀ ਫਸਲ ਹੈ ਇਹ ਕਦੋਂ ਬੀਜੀ ਜਾਂਦੀ ਹੈ, ਕਦੋਂ ਸੌਣ ਕੀਤੀ ਜਾਂਦੀ ਹੈ? ਤਾਂ ਇਹ ਕੀਤੀ ਜਾਂਦੀ ਹੈ, ਤੁਹਾਨੂੰ ਪਤਾ ਹੈ, ਕਣਕ ਹੈ ਜਿਹੜੀ ਉਹ ਠੰਡ ਜਿਹੀ ਵੇਲੇ ਲੱਗਦੀ ਹੈ। ਆਪਾਂ ਕਹਿ ਦਿੰਦੇ ਹਾਂ ਵੀ ਨਵੰਬਰ ਦੇ ਮਹੀਨੇ ਜਾਂ ਅਕਤੂਬਰ ਦੇ ਮਹੀਨੇ, ਮਤਲਬ ਨਵੰਬਰ ਦੇ ਮਹੀਨੇ ਮੋਸਟਲੀ ਲੱਗਦੀ ਹੈ। ਤਾਂ ਧਿਆਨ ਰੱਖਿਓ ਜੀ, ਠੀਕ ਹੈ। ਜਿਹੜਾ ਰਾਈਸ ਵਗੈਰਾ ਇਹ ਲੱਗਦੇ ਨੇ ਜੀ ਜੂਨ ਜੁਲਾਈ ਦੇ ਮਹੀਨੇ 'ਚ, ਠੀਕ ਹੈ ਜੀ। ਤਾਂ ਵਧੀਆ ਕੁਐਸਚਨ ਹੈ, ਪੇਪਰ ਦੇ ਵਿੱਚ ਬਹੁਤ ਇਹ ਅਲਝਾਉਂਦਾ, ਠੀਕ ਹੈ। ਇੱਕ ਨਾ ਅੱਧੇ ਪੇਪਰ ਦੇ ਵਿੱਚ ਤੁਹਾਨੂੰ ਇਹ ਫਰਦਰ ਐਗਜ਼ਾਮਸ ਦੇ ਵਿੱਚ ਕੀ ਹੈ ਦੇਖਣ ਨੂੰ ਮਿਲੂਗਾ ਜੀ। ਮਾਨਸ ਨੈਸ਼ਨਲ ਪਾਰਕ ਇਜ਼ ਸਿਚੁਏਟਡ ਇਨ? ਦੇਖੋ ਜੀ ਨੈਸ਼ਨਲ ਪਾਰਕ ਇੱਕ ਟੌਪਿਕ ਹੈ ਤੇ ਵਰਲਡ ਸੈਂਚਰੀਜ਼, ਇਹ ਬਹੁਤ ਇੰਪੋਰਟੈਂਟ ਟੌਪਿਕ ਹੈ। ਇੱਕ ਨਾ ਅੱਧਾ ਪੇਪਰ ਦੇ ਵਿੱਚ ਪੱਕਾ ਆਉਂਦਾ ਹੀ ਆਉਂਦਾ ਹੈ, ਠੀਕ ਹੈ ਜੀ। ਤਾਂ ਕੋਈ ਵੀ ਪੇਪਰ ਤੁਸੀਂ ਦੇ ਲਿਓ ਤਾਂ ਉਹਦੇ ਵਿੱਚ ਇਹ ਜਿਹੜਾ ਇਸ ਤਰ੍ਹਾਂ ਦਾ ਕੁਐਸਚਨ ਆ ਉਹ ਪਾਇਆ ਜਾਊ। ਤਾਂ ਇਹਦਾ ਜਿਹੜਾ ਸਹੀ ਆਨਸਰ ਹੈ ਜੀ ਉਹ ਹੈਗਾ ਅਸਾਮ। ਮਾਨਸ ਜਿਹੜਾ ਨੈਸ਼ਨਲ ਪਾਰਕ ਹੈ ਉਹ ਕਿੱਥੇ ਹੈ ਜੀ? ਅਸਾਮ ਦੇ ਵਿੱਚ ਹੈ। ਅਸਾਮ ਦੇ ਵਿੱਚ ਇੱਕ ਤੁਸੀਂ ਨਮੇਰੀ ਯਾਦ ਰੱਖ ਸਕਦੇ ਹੋ, ਮਾਨਸ ਤੇ ਨਮੇਰੀ, ਇਹ ਪਾਰਕ ਹੈ ਜਿਹੜੇ ਅਸਾਮ ਦੇ ਵਿੱਚ ਹੈ। ਗੁਜਰਾਤ ਦੇ ਵਿੱਚ ਗਿਰ ਨੈਸ਼ਨਲ ਪਾਰਕ, ਗਿਰ ਨੈਸ਼ਨਲ ਪਾਰਕ ਹੈ ਜਿਹੜਾ ਉਹ ਕਿੱਥੇ ਹੈ ਜੀ? ਪੇਪਰ 'ਚ ਪੁੱਛ ਸਕਦੇ ਨੇ, ਗੁਜਰਾਤ ਦੇ ਵਿੱਚ ਹੈ। ਕਰਨਾਟਕ ਦੇ ਵਿੱਚ ਕਿਹੜਾ ਜੀ ਤੁਹਾਡਾ? ਕਰਨਾਟਕ ਦੇ ਵਿੱਚ ਮੇਰੇ ਦਿਮਾਗ ਦੇ ਵਿੱਚ ਹੁਣ ਜੀ ਕੀ ਹੋ ਗਿਆ, ਸਕਿਪ ਹੋ ਗਿਆ। ਕਰਨਾਟਕ ਦੇ ਵਿੱਚ ਤੁੰਗਭਦਰਾ ਦਾ ਡੈਮ ਹੈ ਜੀ, ਇਹ ਵੀ ਤੁਸੀਂ ਇਨਫੋਰਮੇਸ਼ਨ ਯਾਦ ਰੱਖ ਲਓ, ਤੁੰਗਭਦਰਾ ਡੈਮ, ਠੀਕ ਹੈ। ਚਲੋ ਮੈਂ ਜੇ ਫਰਦਰ ਯਾਦ ਆ ਗਿਆ ਤਾਂ ਦੱਸ ਦੂੰਗਾ। ਉੱਤਰ ਪ੍ਰਦੇਸ਼ ਦੇ ਵਿੱਚ ਕਿਹੜਾ ਨੈਸ਼ਨਲ ਪਾਰਕ ਹੈ ਜੀ? ਉੱਤਰ ਪ੍ਰਦੇਸ਼ ਦੇ ਵਿੱਚ ਬਹੁਤ ਇੰਪੋਰਟੈਂਟ ਦੁਧਵਾ, ਦੁਧਵਾ ਨੈਸ਼ਨਲ ਪਾਰਕ ਕਿੱਥੇ ਹੈ ਜੀ? ਉੱਤਰ ਪ੍ਰਦੇਸ਼ ਦੇ ਵਿੱਚ ਹੈ। ਰਾਜਸਥਾਨ ਦੇ ਵਿੱਚ ਜੇ ਯਾਦ ਰੱਖਣਾ ਤਾਂ ਰੱਖ ਸਕਦੇ ਹੋ ਤੁਸੀਂ, ਇੱਕ ਹੈਗਾ ਜੀ ਤੁਹਾਡਾ ਘਾਨਾ, ਘਾਨਾ ਨੈਸ਼ਨਲ ਪਾਰਕ ਕਿੱਥੇ ਹੈ ਜੀ? ਰਾਜਸਥਾਨ ਦੇ ਵਿੱਚ ਹੈ ਜੀ। ਤੇ ਤੁਹਾਡਾ ਰੈਂਥਮਬੋਰ, ਇਹ ਵੀ ਕਿੱਥੇ ਹੈ ਜੀ? ਰਾਜਸਥਾਨ ਦੇ ਵਿੱਚ ਹੈ ਜੀ। ਉੜੀਸਾ ਦੇ ਵਿੱਚ ਤੁਸੀਂ ਯਾਦ ਰੱਖ ਸਕਦੇ ਹੋ ਜੀ ਸਿਮਲੀਪਾਲ, ਸਿੰਪਲੀਪਾਲ, ਠੀਕ ਹੈ ਜੀ। ਉੜੀਸਾ ਦੇ ਵਿੱਚ ਸਿਮਲੀਪਾਲ। ਮੱਧ ਪ੍ਰਦੇਸ਼ ਦੇ ਵਿੱਚ ਪੁੱਛ ਸਕਦੇ ਆ ਤਾਂ ਇੱਕ ਇੰਪੋਰਟੈਂਟ ਹੈ ਜੀ ਕਾਨ੍ਹਾ, ਠੀਕ ਹੈ ਜੀ। ਤਾਂ ਇੰਨੇ ਕੁ ਤੁਸੀਂ ਯਾਦ ਰੱਖ ਲਓ, ਇੰਪੋਰਟੈਂਟ ਨੇ ਜੀ। ਜਿਵੇਂ ਇੱਕ ਮੈਂ ਤੁਹਾਨੂੰ ਥੋੜ੍ਹੀ ਜਿਹੀ ਇਨਫੋਰਮੇਸ਼ਨ ਹੋਰ ਦੱਸ ਦਿੰਦਾ ਕਿ ਸਾਰਿਆਂ ਨਾਲੋਂ ਪਹਿਲਾਂ ਜਿਹੜਾ ਪ੍ਰੋਜੈਕਟ ਕੀਤਾ ਸੀ ਵਾਈਲਡ ਲਾਈਫ ਕੰਜ਼ਰਵੇਸ਼ਨ ਦਾ ਪ੍ਰੋਜੈਕਟ ਕੀਤਾ ਸੀ, ਮਤਲਬ ਜਿਹੜੀ ਵਾਈਲਡ ਲਾਈਫ ਹੈ ਉਹਨੂੰ ਸੁਰੱਖਿਅਤ ਕਰਨ ਦੇ ਲਈ ਇੱਕ ਐਕਟ ਬਣਾਇਆ ਸੀ 1970 ਦੇ ਵਿੱਚ। ਕਿਹੜਾ ਸੀਗਾ ਜੀ ਉਹ? ਪ੍ਰੋਜੈਕਟ ਹੰਗੁਲ,
सुपर इंपॉर्टेंट है। पहला प्रोजैक्ट पूछ सकते हैं किहड़ा सीगा जी, प्रोजैक्ट हंगुल सीगा। 1972 ਦੇ ਵਿੱਚ ਕਿਹੜਾ ਆਇਆ ਸੀਗਾ ਜੀ, ਪ੍ਰੋਜੈਕਟ ਗਿਰ। ਠੀਕ ਹੈ ਜੀ। 1973 ਦੇ ਵਿੱਚ ਤੁਹਾਨੂੰ ਪੁੱਛ ਸਕਦੇ ਆ ਕਿਹੜਾ ਜੀ, ਪ੍ਰੋਜੈਕਟ ਟਾਈਗਰ। ਠੀਕ ਹੈ, ਇਹ ਬਹੁਤ ਪੁੱਛਦਾ ਪ੍ਰੋਜੈਕਟ ਟਾਈਗਰ ਕਦੋਂ ਆਇਆ ਜੀ, ਤਾਂ 1973 ਦੇ ਵਿੱਚ ਆਇਆ। 1987 ਦੇ ਵਿੱਚ ਕੀ ਆਇਆ ਜੀ ਤੁਹਾਡਾ, ਪ੍ਰੋਜੈਕਟ ਰਹੀਨੋ। ਠੀਕ ਹੈ ਜੀ। 1992 ਦੇ ਵਿੱਚ ਕਿਹੜਾ ਆਇਆ ਜੀ, 1987 ਦੇ ਵਿੱਚ ਐਲੀਫੈਂਟ ਆਇਆ ਜੀ ਪ੍ਰੋਜੈਕਟ। ਠੀਕ ਹੈ, ਪ੍ਰੋਜੈਕਟ ਐਲੀਫੈਂਟ 1987 ਦੇ ਵਿੱਚ ਆਇਆ। 1992 ਦੇ ਵਿੱਚ ਆਇਆ ਜੀ ਪ੍ਰੋਜੈਕਟ ਰਹੀਨੋ। ਠੀਕ ਹੈ, ਯਾਦ ਰੱਖਿਓ, ਸੁਪਰ ਇੰਪੋਰਟੈਂਟ ਇਹ ਗੱਲ ਹੈ ਜੀ। ਠੀਕ ਹੈ ਜੀ। ਤਾਂ ਕੈਪੀਟਲ ਆਫ ਕਿਊਬਾ ਇਜ਼, कैपिटल ऑफ क्यूबा इज, ਤਾਂ ਕਿਹੜੀ ਹੈ ਜੀ ਕੈਪੀਟਲ ਆਫ ਕਿਊਬਾ। ਦੇਖੋ ਜੀ ਥੋੜ੍ਹਾ ਜਿਹਾ ਇੱਥੇ ਧਿਆਨ ਨਾਲ ਕਰੋ ਜੀ। 1987 ਦੇ ਵਿੱਚ ਕੀ ਹੈ ਜੀ, ਰਹੀਨੋ ਹੀ ਆਇਆ ਸੀਗਾ, ਪ੍ਰੋਜੈਕਟ ਰਹੀਨੋ। ਠੀਕ ਹੈ, ਕਈ ਵਾਰ ਇਹ ਕੀ ਹੈ ਜੀ ਬਾਏ ਮਿਸਟੇਕ ਹੋ ਜਾਂਦਾ ਹੈ। 1992 ਦੇ ਵਿੱਚ ਕੀ ਹੈ ਜੀ, ਪ੍ਰੋਜੈਕਟ ਐਲੀਫੈਂਟ। ਠੀਕ ਹੈ ਜੀ, ਤਾਂ ਇਹ 100% ਤੁਹਾਡਾ ਕੀ ਹੈ ਜੀ, ਸਹੀ ਹੈ। ਤਾਂ ਇਹਨੂੰ ਮਾੜਾ ਜਿਹਾ ਧਿਆਨ ਨਾਲ ਕਰਿਓ। ਕੈਪੀਟਲ ਆਫ ਕਿਊਬਾ ਇਜ਼, ਕਿਊਬਾ ਦੀ ਜਿਹੜੀ ਕੈਪੀਟਲ ਆ ਉਹ ਕੀ ਹੈ ਜੀ, ਤਾਂ ਉਹ ਹੈਗੀ ਹੈ ਤੁਹਾਡੀ ਸੀ ਆਪਸ਼ਨ, ਹਵਾਨਾ। ਹਵਾਨਾ ਕਿਹਦੀ ਕੈਪੀਟਲ ਹੈ ਜੀ, ਕਿਊਬਾ ਦੀ ਕੈਪੀਟਲ ਹੈ। ਸ਼ੂਗਰ ਬॉल ਆਫ ਦਾ ਵਰਲਡ, ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ। ਸ਼ੂਗਰ ਬॉल ਆਫ ਵਰਲਡ ਕਿਹੜੇ ਸ਼ਹਿਰ ਨੂੰ, ਕਿਹੜੀ ਕੰਟਰੀ ਨੂੰ ਕਿਹਾ ਜਾਂਦਾ ਜੀ, ਤਾਂ ਕਿਊਬਾ ਨੂੰ ਕਿਹਾ ਜਾਂਦਾ। ਮਤਲਬ ਖੰਡ ਦਾ ਕਟੋਰਾ ਕਿਹਨੂੰ ਕਿਹਾ ਜਾਂਦਾ ਜੀ, ਕਿਊਬਾ ਨੂੰ ਕਿਹਾ ਜਾਂਦਾ ਹੈ। ਕੈਪੀਟਲ ਕੀ ਹੈ ਜੀ, ਹਵਾਨਾ। ਠੀਕ ਹੈ। ਮਨਾਮਾ ਦੇਖਿਆ, ਦੇਖੋ ਜੀ ਆਪਸ਼ਨ ਦੇ ਵਿੱਚ ਦਿਸ ਰਿਹਾ ਜੀ, ਇਹ ਕਿਹਦੀ ਕੈਪੀਟਲ ਹੈ, ਇਹ ਹੈਗੀ ਹੈ ਜੀ ਬਹਿਰੀਨ ਦੀ। ਠੀਕ ਹੈ ਜੀ। ਥਿੰਪੂ ਕਿਹਦੀ ਕੈਪੀਟਲ ਹੈ ਜੀ, ਭੂਟਾਨ ਦੀ। ਠੀਕ ਹੈ ਜੀ। ਕੈਰੋ ਕਿਹਦੀ ਰਾਜਧਾਨੀ ਹੈ ਜੀ, ਇਜਿਪਟ ਦੀ। ਠੀਕ ਹੈ, ਇੰਨੇ ਕੁ ਤੁਸੀਂ ਕੀ ਹੈ ਯਾਦ ਰੱਖ ਸਕਦੇ ਹੋ। ਕੈਨੇਡਾ ਦੀ ਕੈਪੀਟਲ ਕੀ ਹੈ ਜੀ, ਓਟਾਵਾ। ਠੀਕ ਹੈ ਜੀ। ਜ਼ਿੰਬਾਬਵੇ ਦੀ ਕੀ ਹੈ ਜੀ, ਹਰਾਰੇ। ਠੀਕ ਹੈ ਜੀ। ਕੀਨੀਆ ਦੀ ਕੀ ਹੈ ਜੀ, ਨੈਰੋਬੀ। ਠੀਕ ਹੈ। ਆਸਟ੍ਰੇਲੀਆ ਦੀ ਕੀ ਹੈ ਜੀ, ਤਾਂ ਉਹ ਹੈਗੀ ਜੀ ਤੁਹਾਡੀ ਕੈਨਬਰਾ। ਠੀਕ ਹੈ। USA ਦੀ ਕੀ ਹੈ ਜੀ, ਵਾਸ਼ਿੰਗਟਨ। ਠੀਕ ਹੈ ਜੀ। ਅਤੇ ਤੁਹਾਡਾ ਹੋਰ ਹੈਗਾ ਜੀ ਮਲੇਸ਼ੀਆ ਦੀ ਕੀ ਹੈ ਜੀ, ਕੰਟਰੀ, ਕੈਪੀਟਲ ਅਤੇ ਕਰੰਸੀ। ਇੰਪੋਰਟੈਂਟ ਟੋਪਿਕ ਹੈ ਜੀ। ਮਲੇਸ਼ੀਆ ਦੀ ਹੈਗੀ ਜੀ ਕੋਲਾ ਲੰਪਰ। ਠੀਕ ਹੈ ਜੀ। ਥਾਈਲੈਂਡ ਦੀ ਕੀ ਹੈ ਜੀ, ਤਾਂ ਉਹ ਹੈਗੇ ਜੀ ਬੈਂਕਾਕ। ਇੰਪੋਰਟੈਂਟ ਟੋਪਿਕ ਹੈ ਜੀ, ਜਿੰਨੀਆਂ ਕੁ ਪੜ੍ਹ ਸਕਦੇ ਹੋ ਤੁਸੀਂ ਉਨੀਆਂ ਕੁ ਪੜ੍ਹੋ। ਥਾਈਲੈਂਡ ਦੀ ਬੈਂਕਾਕ ਹੈ ਜੀ। ਹੋਰ ਆਪਾਂ ਕਿਹੜੇ ਦੇਸ਼ ਦੀ ਕਰ ਸਕਦੇ ਹਾਂ ਇੰਪੋਰਟੈਂਟ, ਬੰਗਲਾਦੇਸ਼ ਦੀ ਕੀ ਹੈ ਜੀ, ਤਾਂ ਢਾਕਾ। ਢਾਕਾ ਇੱਥੋਂ ਦੀ ਕੀ ਹੈ ਜੀ, ਕਰੰਸੀ ਹੈ। ਬੰਗਲਾਦੇਸ਼ ਦੀ ਕੈਪੀਟਲ ਢਾਕਾ ਜੀ, ਅਤੇ ਕਰੰਸੀ ਹੈਗੀ ਹੈ ਜੀ ਟਕਾ। ਸਾਊਦੀ ਅਰੇਬੀਆ, ਸੁਪਰ ਇੰਪੋਰਟੈਂਟ, ਸਾਊਦੀ ਅਰੇਬੀਆ ਦੀ ਜਿਹੜੀ ਕੈਪੀਟਲ ਉਹ ਕੀ ਹੈ ਜੀ, ਰਿਆਦ। ਇੱਥੋਂ ਦੀ ਜਿਹੜੀ ਕਰੰਸੀ ਹੈ ਉਹ ਹੈਗੀ ਜੀ ਰਿਆਲ। ਠੀਕ ਹੈ, ਇਹ ਵੀ ਤੁਸੀਂ ਯਾਦ ਰੱਖ ਸਕਦੇ ਹੋ। ਰਸ਼ੀਆ ਦੀ ਉਹ ਹੈਗੀ ਹੈ ਜੀ ਮਾਸਕੋ। ਰੈੱਡ ਸਕੇਅਰ ਕਿੱਥੇ ਹੈ ਜੀ, ਰਸ਼ੀਆ ਦੇ ਵਿੱਚ ਹੈ। ਰੈੱਡ ਸਕੇਅਰ ਇੱਕ ਬਿਲਡਿੰਗ ਹੈ ਜੀ। ਠੀਕ ਹੈ, ਜਿਵੇਂ ਆਪਣੇ ਇੰਡੀਆ ਦੇ ਵਿੱਚ ਕੀ ਹੈ ਜੀ, ਇੰਡੀਆ ਗੇਟ। ਠੀਕ ਹੈ, ਕਿੱਥੇ ਹੈ, ਦਿੱਲੀ ਹੈ। ਤਾਂ ਉਵੇਂ ਰੈੱਡ ਸਕੇਅਰ ਇੱਕ ਬਿਲਡਿੰਗ ਹੋਊਗੀ, ਇੰਪੋਰਟੈਂਟ ਬਿਲਡਿੰਗ ਹੈ। ਕਿੱਥੇ ਹੈ ਜੀ, ਰਸ਼ੀਆ ਦੇ ਵਿੱਚ ਹੈ। ਰਸ਼ੀਆ ਦੇ ਬਾਰੇ ਮੈਂ ਤੁਹਾਨੂੰ ਹੋਰ ਦੱਸ ਦਿੰਦਾ ਥੋੜ੍ਹਾ ਜਿਹਾ, ਕਿ ਇਹਦਾ ਜਿਹੜਾ ਪ੍ਰੈਜ਼ੀਡੈਂਟ ਆ ਉਹ 6 ਸਾਲ ਦੇ ਟਨਿਓਰ ਵਾਸਤੇ ਚੁਣਿਆ ਜਾਂਦਾ। ਠੀਕ ਹੈ, ਜਿਵੇਂ ਆਪਣਾ ਪ੍ਰੈਜ਼ੀਡੈਂਟ ਆ ਉਹ 5 ਸਾਲ ਲਈ ਚੁਣਿਆ ਜਾਂਦਾ, ਇਹਨਾਂ ਦਾ 6 ਸਾਲ ਲਈ ਚੁਣਿਆ ਜਾਂਦਾ। ਅਤੇ ਹੁਣ ਤਾਂ ਵਲਾਦੀਮੀਰ ਪੁਤਿਨ ਹੈ ਜਿਹੜਾ ਉਹ 2036 ਤੱਕ ਵੀ ਸ਼ਾਇਦ ਮਤਲਬ ਇਹੀ ਰਹਿਣਗੇ, ਵਲਾਦੀਮੀਰ ਪੁਤਿਨ। ਠੀਕ ਹੈ ਜੀ। ਤਾਂ ਹੋਰ ਤੁਸੀਂ ਕੰਟਰੀ ਯਾਦ ਰੱਖੋ ਜੀ, ਪੁਰਤਗਾਲ, ਇਹਦੀ ਹੈਗੀ ਲਿਸਬਨ। ਠੀਕ ਹੈ ਜੀ। ਹੋਰ ਤੁਸੀਂ ਕੀ ਯਾਦ ਰੱਖ ਸਕਦੇ ਹੋ, ਤਾਂ ਇੰਨੇ ਕੁ ਮੈਨੂੰ ਲੱਗਦਾ ਕਾਫੀ ਹੈ। ਨਾਰਵੇ, ਨਾਰਵੇ ਦੀ ਕੀ ਹੈ ਜੀ, ਓਸਲੋ ਹੈ। ਠੀਕ ਹੈ, ਓਸਲੋ ਦੇ ਵਿੱਚ ਪੀਸ ਪ੍ਰਾਈਜ਼ ਨੋਬਲ ਦਾ ਜਿਹੜਾ ਦਿੱਤਾ ਜਾਂਦਾ ਹੈ। ਇੰਨੇ ਕੁ ਤੁਸੀਂ ਕੀ ਹੈ ਯਾਦ ਰੱਖ ਲਓ, ਵਧੀਆ ਇਹ ਪੇਪਰ ਦੇ ਵਿੱਚ ਇੱਕ ਨਾ ਇੱਕ ਅੱਧਾ ਆ ਸਕਦਾ ਹੈ। ਵਿਚ ਰਿਵਰ ਇਜ਼ ਕਾਲਡ ਚਾਈਨਾਜ਼ ਸਾਰੋ, ਚਾਈਨਾ ਦਾ ਜਿਹੜਾ ਸਾਰੋ ਆ ਉਹ ਕਿਹਨੂੰ ਕਿਹਾ ਜਾਂਦਾ। ਦੇਖੋ ਜੀ ਬਹੁਤ ਵਧੀਆ ਅਤੇ ਇੱਕ
सुपर इंपॉर्टेंट क्वेश्चन है जी, विच रिवर इज़ कॉल्ड चाइना सारो। देखो तुसी सौरो ऑफ बंगाल सुनिया होगा, सौरो ऑफ बिहार सुनिया होगा, तो चाइना सारो किहड़े रिवर नूं कहा जाता जी, ये कहा जाता डी ऑप्शन हवांग हो नूं। ठीक है, ਇਹਦਾ होर की नाम है जी, येलो रिवर भी कहते हैं इनू। बहुत इंपॉर्टेंट क्वेश्चन है जी। ठीक है, हवांग हो ਜਾਂ ਚਾਈਨਾ ਸਾਰੋ, ਯੈਲੋ ਰਿਵਰ, ਇਹ ਤਿੰਨੇ ਕੀ ਨੇ ਜੀ, ਇੱਕੋ ਹੀ ਗੱਲ ਹੈ। ਹੁਣ ਆਉਂਦੇ ਹਾਂ ਜੀ ਆਪਾਂ ਏ ਆਪਸ਼ਨ ਤੇ, ਜ਼ੈਂਗਟੇਜ਼ ਕਿਆਂਗ ਪੁੱਛ ਲੈਣ ਪੇਪਰ ਦੇ ਵਿੱਚ, ਤਾਂ ਇਹ ਕੀ ਹੈ ਜੀ, ਲੌਂਗੈਸਟ ਰਿਵਰ ਆਫ ਏਸ਼ੀਆ। ਠੀਕ ਹੈ, ਏਸ਼ੀਆ ਜਿਹੜਾ ਕੌਂਟੀਨੈਂਟ ਹੈ, ਪੇਪਰ ਦੇ ਵਿੱਚ ਪੁੱਛ ਲੈਣ ਕਿ ਇਹਦਾ ਸਾਰਿਆਂ ਨਾਲੋਂ ਲੰਬਾ ਜਿਹੜਾ ਦਰਿਆ ਉਹ ਕਿਹੜਾ ਜੀ, ਉਹਦਾ ਕੀ ਨਾਮ ਹੈ, ਜ਼ੈਂਗਟੇਜ਼ ਕਿਆਂਗ ਹੈ ਜੀ। ਠੀਕ ਹੈ, ਯਾਦ ਰੱਖਿਓ। ਬਹੁਤੇ ਬੱਚੇ ਕੀ ਕਰਨਗੇ, ਗੰਗਾ ਲਾ ਆਉਣਗੇ, ਕਿਉਂਕਿ ਗੰਗਾ ਉਹ ਕਹਿਣਗੇ ਵੀ ਇੰਡੀਆ ਦਾ ਸਾਰਿਆਂ ਨਾਲੋਂ ਵੱਡਾ ਜਿਹੜਾ ਲੰਬਾ ਦਰਿਆ ਗਾ ਉਹ ਕਿਹੜਾ ਜੀ, ਗੰਗਾ ਹੈ। ਠੀਕ ਹੈ, ਪਰ ਨਹੀਂ, ਏਸ਼ੀਆ ਦਾ ਪੁੱਛੇ ਤਾਂ ਆਨਸਰ ਕੁਛ ਹੋਰ ਆਊਗਾ, ਜ਼ੈਂਗਟੇਜ਼ ਕਿਆਂਗ ਆਊਗਾ। ਠੀਕ ਹੈ, ਦਮੋਦਰ, ਦਮੋਦਰ ਕੀ ਹੈ ਜੀ, ਸੌਰੋ ਆਫ ਬੰਗਾਲ ਹੈ ਜੀ। ਠੀਕ ਹੈ, ਇਹ ਯਾਦ ਰੱਖਣਾ ਹੈ। ਬ੍ਰਹਮਪੁੱਤਰਾ, ਬ੍ਰਹਮਪੁੱਤਰਾ ਨੂੰ ਕੀ ਹੈ ਜੀ, ਤਸਾਂਗਪੋ ਕਹਿੰਦੇ ਨੇ, ਇਹ ਵੀ ਤੁਸੀਂ ਯਾਦ ਰੱਖਣਾ ਹੈ, ਪੇਪਰ 'ਚ ਪੁੱਛ ਸਕਦੇ ਨੇ। ਤਸਾਂਗਪੋ ਕਿਹੜੇ ਦਰਿਆ ਨੂੰ ਕਿਹਾ ਜਾਂਦਾ ਜੀ, ਤਾਂ ਬ੍ਰਹਮਪੁੱਤਰ ਨੂੰ ਕਿਹਾ ਜਾਂਦਾ ਕਿੱਥੇ ਜੀ, ਤਿੱਬਤ ਦੇ ਵਿੱਚ। ਠੀਕ ਹੈ ਜੀ, ਬ੍ਰਹਮਪੁੱਤਰਾ ਨੂੰ ਬੰਗਲਾਦੇਸ਼ ਦੇ ਵਿੱਚ ਕੀ ਕਿਹਾ ਜਾਂਦਾ ਜੀ, ਤਾਂ ਜੇ ਵਾਲੀ ਜਮੁਨਾ। ਠੀਕ ਹੈ ਜੀ, ਇੱਕ ਜਮੁਨਾ ਕੀ ਹੈ ਜੀ, ਟ੍ਰਿਬਿਊਟਰੀ ਹੈ ਕਿਹਦੀ, ਗੰਗਾ ਦੀ। ਠੀਕ ਹੈ, ਅਤੇ ਇਹ ਉਹ ਵਾਲੀ ਵਾਈ ਦੀ ਹੈ ਜੀ, ਇਹ ਵਾਲੀ ਜੇ ਦੇ ਨਾਲ ਇਹਦੇ ਸਪੈਲਿੰਗ ਹੈ ਜਿਹੜੇ ਪੈਂਦੇ ਨੇ। ਇੰਨੀ ਕੁ ਤੁਸੀਂ ਇਨਫੋਰਮੇਸ਼ਨ ਯਾਦ ਰੱਖਿਓ। ਹਿੰਦਬਰਗ ਬਾਉਂਡਰੀ ਲਾਈਨ ਸਿਚੁਏਟਡ ਇਨ ਵਿੱਚ 2 ਕੰਟਰੀਜ਼, ਜਿਹੜੀ ਆਹ ਬਾਉਂਡਰੀ ਹੈ ਜੀ, ਬਾਉਂਡਰੀ ਲਾਈਨ ਦੇ ਉੱਤੇ ਕਿ ਮੈਂ ਇੱਕ ਟੌਪਿਕ ਬਣਾਇਆ ਹੋਇਆ ਜੀ, ਤਾਂ ਪਲੇਲਿਸਟ ਦੇ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਹੋ। ਜਿਹੜੀ ਆਹ ਬਾਉਂਡਰੀ ਲਾਈਨ ਹੈ ਜੀ, ਇਹ ਕਿਹਦੇ ਵਿੱਚ ਹੈਗੀ ਹੈ ਜੀ, ਇਹ ਤਾਂ ਇਹ ਹੈਗੀ ਹੈ ਤੁਹਾਡੀ ਜਰਮਨੀ ਐਂਡ ਪੋਲੈਂਡ। ਸੀ ਆਪਸ਼ਨ ਇਹਦਾ ਸਹੀ ਆਨਸਰ ਹੈ ਜੀ। USA ਐਂਡ ਕਨੇਡਾ ਨੂੰ ਜਿਹੜੀ ਬਾਉਂਡਰੀ ਲਾਈਨ ਵੱਖ ਕਰਦੀ ਹੈ, ਉਹਦਾ ਕੀ ਨਾਮ ਹੈ ਜੀ, 49th ਪੈਰਲਲ ਲਾਈਨ। ਠੀਕ ਹੈ ਜੀ, 49th ਪੈਰਲਲ ਲਾਈਨ ਪੇਪਰ 'ਚ ਪੁੱਛ ਸਕਦੇ ਨੇ। ਜਰਮਨੀ ਐਂਡ ਫਰਾਂਸ ਦੇ ਵਿੱਚ ਕਿਹੜੀ ਲਾਈਨ ਹੈ ਜੀ, ਮੈਗੀਨੌਟ ਲਾਈਨ, ਬਹੁਤ ਪੁੱਛਿਆ ਜਾਂਦਾ ਪੇਪਰ ਦੇ ਵਿੱਚ। ਠੀਕ ਹੈ, ਹੁਣ ਉਹ ਇਹ ਨਹੀਂ ਪੁੱਛੂਗਾ ਵੀ ਰੈੱਡ ਕਲੀਫੇ ਲਾਈਨ ਕਿਹਦੇ ਵਿਚਕਾਰ ਹੈ। ਠੀਕ ਹੈ, ਤਾਂ ਉਹਨੇ ਆ ਪੁੱਛਣਾ ਜੀ ਮੈਗਨੇਟ ਲਾਈਨ ਕੀ, ਮੈਗੀਨੌਟ ਲਾਈਨ ਕਿਹਦੇ ਵਿਚਕਾਰ ਹੈ ਜੀ, ਜਰਮਨੀ ਅਤੇ ਫਰਾਂਸ ਦੇ ਵਿਚਕਾਰ ਹੈ ਜੀ। ਪਾਕਿਸਤਾਨ ਦੇ ਅਫਗਾਨਿਸਤਾਨ ਦੇ ਵਿਚਕਾਰ ਕਿਹੜੀ ਹੈ ਜੀ, ਡੁਰੰਡ ਲਾਈਨ। ਡੁਰੰਡ ਲਾਈਨ ਕਿਹਦੇ ਵਿਚਕਾਰ ਹੈ ਜੀ, ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਵਿਚਕਾਰ ਹੈ ਜੀ। ਹੋਰ ਤੁਸੀਂ ਕੀ ਯਾਦ ਰੱਖ ਸਕਦੇ ਹੋ, 38 ਡਿਗਰੀ ਪੈਰਲਲ, 38 ਪੈਰਲਲ ਲਾਈਨ ਇਹ ਨੰਬਰ ਹੈ ਜਿਹਦਾ, ਤਾਂ ਇਹ ਕਿਹਦੇ ਵਿਚਕਾਰ ਹੈ ਜੀ, ਨਾਰਥ ਕੋਰੀਆ ਐਂਡ ਸਾਊਥ ਕੋਰੀਆ। ਠੀਕ ਹੈ, ਇਹ ਵੀ ਤੁਸੀਂ ਕੀ ਹੈ ਯਾਦ ਰੱਖ ਸਕਦੇ ਹੋ। ਰੈੱਡ ਕਲਿਫੇ ਲਾਈਨ ਸਾਰਿਆਂ ਨੂੰ ਪਤਾ ਹੀ ਹੈ ਜੀ, ਇੰਡੀਆ ਐਂਡ ਪਾਕਿਸਤਾਨ। ਇੱਕ ਇੰਡੀਆ ਅਤੇ ਚਾਈਨਾ ਦੇ ਵਿਚਕਾਰ ਕਿਹੜੀ ਹੈ ਜੀ, ਉਹਦਾ ਨਾਮ ਹੈਗਾ ਇੰਡੀਆ ਐਂਡ ਚਾਈਨਾ, ਉਹ ਹੈਗੀ ਹੈ ਜੀ ਤੁਹਾਡੀ ਮੈਕਮੋਹਨ ਲਾਈਨ। ਠੀਕ ਹੈ, ਮੈਕਮੋਹਨ ਲਾਈਨ, ਇਹ ਤੁਸੀਂ ਯਾਦ ਰੱਖਣੀ। ਆਫਟਰ ਦਾ ਪਾਰਟੀਸ਼ਨ ਆਫ ਇੰਡੀਆ ਹਾਊ ਮੈਨੀ ਮੈਂਬਰਸ ਆਫ ਕੌਂਸਟੀਟਿਊਐਂਟ ਅਸੈਂਬਲੀ। ਦੇਖੋ ਜੀ, ਕਿੰਨਾ ਆਲਾ ਦਰਜੇ ਦਾ ਕੁਐਸਚਨ ਬਣਿਆ ਹੋਇਆ ਜੀ, ਪਾਰਟੀਸ਼ਨ ਤੋਂ ਬਾਅਦ ਕੌਂਸਟੀਟਿਊਐਂਟ ਅਸੈਂਬਲੀ ਦੇ ਕਿੰਨੇ ਮੈਂਬਰ ਸੀ। ਬਹੁਤੇ ਬੱਚੇ ਕੀ ਕਰਨਗੇ, 399 ਲਾਉਣਗੇ, ਜਿਹੜਾ ਕਿ ਗਲਤ ਹੋ ਜੂਗਾ। ਨਹੀਂ ਜੀ, ਸੀ ਆਪਸ਼ਨ ਇਹਦਾ 299 ਸਹੀ ਆਨਸਰ ਹੈ ਜੀ। ਠੀਕ ਹੈ, ਦੇਖੋ ਕਿਵੇਂ, ਪਹਿਲੀ ਗੱਲ ਤਾਂ ਜਦੋਂ ਇੰਡੀਆ ਡਿਵਾਈਡ ਹੋਇਆ, ਠੀਕ ਹੈ, ਉਹ ਹੋਇਆ 15 ਅਗਸਤ 1947, ਕਲੀਅਰ ਹੈ ਜੀ। ਹੁਣ ਕੌਂਸਟੀਟਿਊਐਂਟ ਅਸੈਂਬਲੀ ਹੈ ਜਿਹੜੀ ਉਹ 1946 ਦੇ ਵਿੱਚ ਬਣ ਚੁੱਕੀ ਸੀ। ਠੀਕ ਹੈ, ਕੌਂਸਟੀਟਿਊਐਂਟ ਅਸੈਂਬਲੀ ਹੈ ਜਿਹੜੀ ਉਹ 1946 ਦੇ ਵਿੱਚ ਬਣੀ ਸੀ। ਕਿਹਨੇ ਬਣਾਈ ਸੀ, ਕੈਬਨਿਟ ਮਿਸ਼ਨ ਪਲਾਨ ਨੇ। ਠੀਕ ਹੈ ਜੀ, ਆਪਾਂ ਜ਼ਿਆਦਾ ਦੂਰ ਨਹੀਂ ਜਾਂਦੇ, ਲੰਬੀ ਹੋ ਜੂ ਗੱਲ। ਤਾਂ 1946 ਦੇ ਵਿੱਚ ਕੌਂਸਟੀਟਿਊਐਂਟ ਅਸੈਂਬਲੀ ਬਣੀ, ਤਾਂ ਉਦੋਂ ਇੰਡੀਆ ਅਤੇ ਪਾਕਿਸਤਾਨ ਬਣੇ ਨਹੀਂ ਸੀ। ਤਾਂ ਉਦੋਂ ਜਿਹੜੇ ਟੋਟਲ ਮੈਂਬਰ ਸੀਗੇ ਉਹ ਕਿੰਨੇ ਸੀਗੇ ਜੀ, 399। ਠੀਕ ਹੈ, ਤਾਂ ਦੇਖੋ ਇਹਦੀ ਪਾਰਟੀਸ਼ਨਿੰਗ ਕੀ ਸੀ ਅੱਗੇ, 399 ਨੂੰ ਕਿਵੇਂ ਵੰਡਿਆ ਹੋਇਆ ਸੀ, 292 ਸੀਗੇ ਜੀ, ਇਕੱਲੇ 93 ਸੀਗੇ ਅਤੇ 4 ਸੀਗੇ। ਇੰਨੀ ਗੱਲ ਕਲੀਅਰ ਹੈ। ਇਹ ਜਿਹੜੇ 292 ਸੀ, ਇਹ ਕਿਹਨੂੰ ਰਿਪਰਜੈਂਟ ਕਰਦੇ ਸੀ, ਇਹ ਬ੍ਰਿਟਿਸ਼ ਪ੍ਰੋਵਿੰਸਿਸ ਨੂੰ, ਅੰਗਰੇਜ਼ਾਂ ਦੇ ਜਿਹੜੇ ਇਲਾਕੇ ਅਧੀਨ ਸੀ ਉਹਨਾਂ ਨੂੰ ਰਿਪਰਜੈਂਟ ਕਰਦੇ ਸੀ। ਜਿਹੜੇ ਆਹ 93 ਸੀ, ਇਹ ਕੀ ਸੀਗੇ ਜੀ, ਤੁਹਾਡੇ ਪ੍ਰਿੰਸਲੀ ਸਟੇਟਸ ਸੀਗੀਆਂ। ਠੀਕ ਹੈ, ਰਿਆਸਤੀ ਰਾਜੇ ਸੀਗੇ। 4 ਸੀਗੇ ਜਿਹੜੇ ਇਹ, ਜਿਵੇਂ ਆਪਾਂ ਕਹਿ ਦਈਏ ਚੀਫ ਕਮਿਸ਼ਨਰਜ਼ ਏਰੀਆ।
ठीक है, चीफ कमिश्नरस एरिया जिमें अज दे यूटी, इन्नी गल क्लीयर है। बट जदों इंडिया की पार्टीशन हो गई तो उदों बाद जिहड़े मैंबर रह गए वो किन्ने रह गए जी 299 रह गए। पर जे इदों भी बाद क्वेश्चन बना लिओ हो भी मतलब प्रेजेंट किन्ने सी, टोटल तो 299 रह गए सी पर प्रेजेंट किन्ने होए जी, तो 284 की सीगे प्रेजेंट होए। ठीक है जी, ये तुसीं ध्यान दे विच रखना है। हुण कॉन्स्टीट्यूएंट असैंबली की जिहड़ी पहली मीटिंग हुई, पेपर च पुछ सकदा कदों हुई जी, 9 दिसंबर 1946। क्लीयर है जी। पेपर च ऐ भी पूछ सकता है कि टैंपरेरी प्रेजिडेंट किहनूं बनाया गया कॉन्स्टीट्यूएंट असैंबली का, तो सच्चानंदा सिन्हा नूं। 10 दसंबर 1946 ਨੂੰ ਉਹਨਾਂ ਦੀ ਡੈਥ ਹੋ ਗਈ, ਕਿਹਦੀ, ਸੱਚਾਨੰਦਾ ਸਿਨਹਾ ਦੀ। 11 ਦਸੰਬਰ 1946 ਨੂੰ ਕੀ ਹੈ ਜੀ ਪਰਮਾਨੈਂਟ ਪ੍ਰੈਜ਼ੀਡੈਂਟ ਲਾ ਦਿੱਤਾ ਗਿਆ, ਕਿਹਨੂੰ, ਰਜਿੰਦਰ ਪ੍ਰਸਾਦ ਜੀ ਨੂੰ, ਰਜਿੰਦਰ ਪ੍ਰਸਾਦ। ठीक है, जिन्ना मर्जी लंबा इनू किन्ना मर्जी खिच्ची चलो जी, रजिंदर प्रसाद। होर दस दिन ये बारे, इदों पहला जिहड़े जदों अपनी इंटरम गौरमेंट बनी सी, रजिंदर प्रसाद उदों की सीगे फूड प्रोसैसिंग मिनिस्टर सीगे पहला। ठीक है, इदों पहला वो फूड प्रोसैसिंग मिनिस्टर सीगे। ठीक है जी, तो होर तुसीं की याद रख सकते हो, 13 दसंबर 1946 एक डेट तुसीं याद रखनी है, 13 दसंबर 1946। एक डेट तुसीं याद रखनी है जी 24 जनवरी 1950। ये आउणी प्रैक्टिस दे नाल है जी। ठीक है, तो जिन्ना जिन्ना सुनी चलोगे उन्ना ज़्यादा वधिया तुसीं इहनूं प्रिपेयर करते जाओगे। 13 दसंबर 1946 नूं की है जी फस्ट सैशन होया। ठीक है, तो 24 जनवरी 1950 नूं लास्ट सैशन होया जी। ठीक है, पहले सैशन दे विच की है जी 13 दसंबर 1946 नूं जवाहर लाल नेहरू ने ऑब्जैक्टिव रैजोल्यूशन की है जी पास किया। पेपर च पुछ सकते हैं ऑब्जैक्टिव रैजोल्यूशन किहड़े सैशन च पास होया जी, फस्ट सैशन च। कदों, 13 दसंबर 1946। पेपर च जे पुछ लैण टोटल सैशन किन्ने लगे, तो तुसीं कहोगे जी 11 सैशन है जिहड़े टोटल ये लगे है जी। ठीक है, तो इन्ना कुछ तुसीं याद रख सकते हो। रजिंदर प्रसाद सीगे जिहड़े अपने भारत के पहले आज़ाद भारत के पहले प्रैजीडेंट सीगे, राष्ट्रपति सीगे, जिन्हां दा मतलब कार्यकाल सीगा 1950 तो लैके 1962 तक। ठीक है जी, ये तुसीं याद रख सकते हो। एक मैं थोड़ा जिहा प्रैजीडेंट बारे होर दस देना है, जाकिर हुसैन। ये की सीगे जी, शॉर्टेस्ट टन्योर सीगा जी इन्हां दा, शॉर्टेस्ट टन्योर सीगा। तो इन्हां दी जिहड़ी डैथ हो गई सीगी वो ऑफिस दे विच ही की है हो गई सी, ऑफिस मतलब अपने कार्यकाल के दौरान हो गई सी। ठीक है जी। हाउ मैनी पेजेस हैव इन इंडियन कॉन्स्टिट्यूशन, वन लाइनर है जी, तो 232 जिहड़े पेजेस ने वो की ने जी कॉन्स्टिट्यूशन दे विच हैगे ने। सारिਆਂ नालों पहला लिखती संविधान पेपर च पुछ लैण किहड़े देश का, तो कहोगे तुसीं कहोगे USA, यूनाइटेड स्टेट्स ऑफ अमेरिका। पेपर च पुछ लैण लार्जेस्ट या लॉन्गेस्ट कॉन्स्टिट्यूशन किहड़ी कंट्री का, तो तुसीं कहोगे जी इंडिया। ठीक है जी। पेपर च पुछ लैण अनरिटन कॉन्स्टिट्यूशन किहदा है जी, किहड़े मुल्क का है, किहड़ी कंट्री का है, तो तुसीं कहोगे जी UK का। ठीक है, UK का संविधान है जिहड़ा वो अनरिटन है। ठीक है, UK का जिहड़ा फ्लैग है उन्होंने कहते हैं जी यूनीयन जैक। ये भी तुसीं याद रख लिओ, यूनीयन जैक किहड़े जिहड़े कंट्री के फ्लैग नूं कहते हैं, UK के, यूनाइटेड किंगडम। ठीक है जी, 3 क्वेश्चन ये हो गए, चौथा ये वाला हो गया जी। होर तुसीं की याद रख सकते हो कॉन्स्टिट्यूशन के बारे। देखो जिहड़ा अपना कॉन्स्टिट्यूशन है वो 2 साल 11 महीने 18 डेज़ दिनों के विच की है बन के तैयार होया। 2 साल 11 महीने 18 दिन, कन्फ्यूज़ ना हो जाओ। तो अपना जिहड़ा कॉन्स्टिट्यूशन है ये डिफरेंट जिहड़ियां कंट्रीज़ ने उन्हां तो बोरो किया होया, जिवें USA तो की बोरो किया जी आपां, प्रेएंबल, प्रस्तावना। ठीक है जी, प्रस्तावना कहते हैं। होर तुसीं की याद रख सकते हो जुडिशियल रिव्यू, जुडिशियल रिव्यू कितों लिया जी आपां, USA तो लिया। इंडिपेंडेंस ऑफ जुडिशरी, इंडिपेंडेंस ऑफ जुडिशरी भी आपां कितों ली है जी, USA तो ली है। ठीक है जी। होर तुसीं कनेडा तो याद रख सकते हो की लिया जी, फैडरल स्ट्रक्चर, संघी जिहड़ा ढांचा है फैडरल, बहुत पुछदा पेपर दे विच, फैडरल स्ट्रक्चर कितों लिया जी आपां, कैनेडा तो लिया। तो होर तुसीं की एडवाइजरी जुरिडिक्शन, एडवाइजरी जुरिडिक्शन
ਇਹ ਵੀ ਆਪਾਂ ਕਿਤੋਂ ਲਿਆ ਜੀ, ਕੈਨੇਡਾ ਤੋਂ ਲਿਆ। ਕੈਨੇਡਾ ਦੀ ਜਿਹੜੀ ਕੈਪੀਟਲ ਆ ਉਹ ਅਟਾਵਾ ਹੈ। ਹੋਰ ਤੁਸੀਂ ਚਲੋ ਬਾਹਲਾ ਲੰਬਾ ਹੋ ਜਾਊਗਾ ਤਾਂ ਨੈਕਸਟ ਲੈਕਚਰ ਦੇ ਵਿੱਚ ਗੱਲ ਕਰ ਲਾਂਗੇ। ਫਾਊਂਡਰ ਆਫ ਗੁਪਤਾ ਅੰਪਾਇਰ ਵਾਜ਼, ਗੁਪਤਾ ਅੰਪਾਇਰ ਸੀਗਾ ਜਿਹੜਾ ਇਹਦਾ ਜਿਹੜਾ ਫਾਊਂਡਰ ਸੀ ਕੌਣ ਸੀਗਾ, ਤਾਂ ਤੁਸੀਂ ਕਹੋਗੇ ਜੀ ਸ਼੍ਰੀ ਗੁਪਤ। ਠੀਕ ਹੈ ਜੀ, ਸ਼੍ਰੀ ਗੁਪਤ ਵਾਜ਼ ਦਾ ਫਾਊਂਡਰ ਆਫ ਗੁਪਤ ਅੰਪਾਇਰ। ਠੀਕ ਹੈ ਜੀ, ਸ਼੍ਰੀ ਗੁਪਤ ਤੋਂ ਬਾਅਦ ਕੌਣ ਆਇਆ ਜੀ, ਘਟੋਕਚ। ਠੀਕ ਹੈ ਜੀ, ਘਟੋਕਚ ਕੀ ਸੀਗੇ ਜੀ, ਇਦੋਂ ਬਾਅਦ ਆਏ ਜੀ ਸ਼੍ਰੀ ਗੁਪਤ ਤੋਂ ਬਾਅਦ। ਬਟ ਹੁਣ ਦੇਖੋ ਮੈਂ ਤੁਹਾਨੂੰ ਥੋੜ੍ਹਾ ਜਿਹਾ ਐਲੈਬਰੇਟ ਕਰਕੇ ਦੱਸਦਾ। ਗੁਪਤ ਅੰਪਾਇਰ ਹੈ ਜਿਹੜਾ ਇਹ 319 ਤੋਂ ਲੈ ਕੇ 540 ਕਿਤਾਬਾਂ ਵਿੱਚ ਦਿੱਤਾ ਹੋਇਆ, ਕਈ ਕਿਤਾਬਾਂ 'ਚ 550 ਦਿੱਤਾ ਹੋਇਆ। ਇੰਨੀ ਗੱਲ ਕਲੀਅਰ ਹੈ ਜੀ। ਦੇਖੋ ਜੇ ਪੁੱਛੇ ਫਾਊਂਡਰ ਆਫ ਗੁਪਤ ਅੰਪਾਇਰ ਤਾਂ ਤੁਸੀਂ ਕਹੋਗੇ ਜੀ ਸ਼੍ਰੀ ਗੁਪਤ। ਜੇ ਪੁੱਛੇ ਰੀਅਲ ਫਾਊਂਡਰ ਆਫ ਗੁਪਤ ਅੰਪਾਇਰ, ਠੀਕ ਹੈ ਜੀ, ਤਾਂ ਉਹ ਸੀਗੇ ਜੀ ਚੰਦਰਗੁਪਤ ਫਸਟ। ਚੰਦਰਗੁਪਤ ਫਸਟ ਵਾਜ਼ ਰੀਅਲ ਫਾਊਂਡਰ ਆਫ ਗੁਪਤ ਅੰਪਾਇਰ। ਗੋਲਡਨ ਏਜ ਆਫ ਹਿੰਦੂਜ਼, ਗੋਲਡਨ ਏਜ ਫॉर ਹਿੰਦੂਜ਼ ਤਾਂ ਕਿਹਦੇ ਸਮੇਂ ਦੇ ਦੌਰਾਨ ਸੀਗਾ ਜੀ, ਗੁਪਤ ਵੰਸ਼ ਦੇ ਦੌਰਾਨ ਸੀਗਾ। ਇੰਨੀ ਗੱਲ ਤੁਸੀਂ ਯਾਦ ਰੱਖਣੀ ਹੈ। ਚੰਦਰਗੁਪਤ ਕੀ ਸੀਗਾ ਜੀ, ਇਹ ਗੁਪਤਾ ਵੰਸ਼ ਦਾ ਰਾਜਾ ਸੀਗਾ ਜਿਹਨੇ ਕੀ ਕੀਤੇ ਜੀ, ਦਿਨਾਰ ਚਲਾਏ। ਦਿਨਾਰ ਮਤਲਬ ਗੋਲਡ ਕੁਆਇਨਸ। ਠੀਕ ਹੈ, ਸਾਰਿਆਂ ਨਾਲੋਂ ਪਹਿਲਾਂ ਜਿਹੜੇ ਦਿਨਾਰ ਚਲਾਏ ਉਹ ਕਿਹਨੇ ਚਲਾਏ ਜੀ, ਇੰਡੋ ਗ੍ਰੀਕਸ ਨੇ ਚਲਾਏ ਸੀ। ਬਟ ਜੇ ਇੰਡੋ ਗ੍ਰੀਕਸ ਆਪਸ਼ਨ ਦੇ ਵਿੱਚ ਨਹੀਂ ਹੈਗਾ ਤਾਂ ਤੁਸੀਂ ਚੰਦਰਗੁਪਤ ਫਸਟ ਲਾ ਕੇ ਆਉਣਾ। ਇੰਨੀ ਗੱਲ ਕਲੀਅਰ ਹੈ ਜੀ। ਗੁਪਤਾ ਵੰਸ਼ ਦਾ ਇੱਕ ਹੋਰ ਫੇਮਸ ਰਾਜਾ ਸੀਗਾ ਜੀ ਚੰਦਰਗੁਪਤ ਸੈਕਿੰਡ। ਚੰਦਰਗੁਪਤ ਸੈਕਿੰਡ ਸੀਗਾ ਜੀ। ਠੀਕ ਹੈ, ਜਿਹਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਜੀ, ਬਿਕਰਮਦਿੱਤਿਆ। ਠੀਕ ਹੈ ਜੀ, ਬਿਕਰਮਦਿੱਤਿਆ ਜੀ। ਇਹਨਾਂ ਨੇ ਕੀ ਸੀਗੇ ਜੀ, ਸਿਲਵਰ ਕੁਆਇਨ ਚਲਾਏ ਸੀ। ਸਿਲਵਰ ਕੁਆਇਨ ਪੇਪਰ 'ਚ ਪੁੱਛ ਲੈਣ ਕਿਹਨੇ ਚਲਾਏ ਜੀ, ਬਿਕਰਮਦਿੱਤਿਆ ਨੇ। ਜਿਹੜੀ ਇਹ ਸਿਲਵਰ ਕੁਆਇਨ ਸੀ ਇਹਨਾਂ ਨੂੰ ਕੀ ਕਹਿੰਦੇ ਸੀ ਜੀ, ਰੁਪਾਇਕਾ। ਠੀਕ ਹੈ ਜੀ, ਅਤੇ ਇੱਕ ਇਹਨਾਂ ਦਾ ਗੁਪਤ ਵੰਸ਼ ਦਾ ਰਾਜਾ ਤੁਸੀਂ ਹੋਰ ਯਾਦ ਰੱਖਣਾ ਹੈ ਜੀ, ਸਮੁੰਦਰਗੁਪਤ। ਠੀਕ ਹੈ ਜੀ, ਸਮੁੰਦਰਗੁਪਤ ਨੂੰ ਕੀ ਕਿਹਾ ਜਾਂਦਾ ਜੀ, ਨਪੋਲੀਅਨ ਆਫ ਇੰਡੀਆ। ਪੇਪਰ 'ਚ ਪੁੱਛ ਲੈਣ ਕਿਹਨੂੰ ਕਿਹਾ ਜਾਂਦਾ ਹੈ, ਸਮੁੰਦਰਗੁਪਤ ਨੂੰ ਕਿਹਾ ਜਾਂਦਾ ਹੈ। ਸਾਰਿਆਂ ਨਾਲੋਂ ਪਹਿਲੀ ਵਾਰ ਨਪੋਲੀਅਨ ਆਫ ਇੰਡੀਆ ਕਿਹਨੇ ਕਿਹਾ ਸੀਗਾ ਜੀ, VA ਸਮਿਥ ਨੇ। ਠੀਕ ਹੈ, ਜਾਂ AV ਸਮਿਥ ਨੇ। ਠੀਕ ਹੈ, ਇੰਨੀ ਗੱਲ ਤੁਸੀਂ ਯਾਦ ਰੱਖਣੀ ਹੈ ਕਿਉਂਕਿ ਇਹਦੇ ਜਿਹੜਾ ਲੜਨ ਦਾ ਤਰੀਕਾ ਸੀਗਾ ਉਹ ਮਤਲਬ ਬਹੁਤ ਜ਼ਿਆਦਾ ਬੈਟਰ ਸੀਗਾ। ਠੀਕ ਹੈ ਜੀ, ਤਾਂ ਧਿਆਨ ਰੱਖਿਓ। ਹੂ ਅਪੁਆਇੰਟਸ ਗਵਰਨਰ, ਗਵਰਨਰ ਨੂੰ ਕੌਣ ਅਪੁਆਇੰਟ ਕਰਦਾ, ਤੁਸੀਂ ਤਾਂ ਬਹੁਤ ਬੱਚੇ ਕੀ ਕਰਨਗੇ, ਕਨਫਿਊਜ਼ ਹੋ ਜਾਣਗੇ। ਪ੍ਰੈਜ਼ੀਡੈਂਟ ਹੈ ਜਿਹੜਾ ਗਵਰਨਰ ਨੂੰ ਅਪੁਆਇੰਟ ਕਰਦਾ ਹੈ। ਠੀਕ ਹੈ ਜੀ, D ਆਪਸ਼ਨ ਇਹਦਾ ਸਹੀ ਆਨਸਰ ਹੈ ਜੀ। ਫਸਟ ਪ੍ਰੈਜ਼ੀਡੈਂਟ ਆਫ ਇੰਡੀਆ ਪੇਪਰ 'ਚ ਪੁੱਛ ਲੈਣ ਤਾਂ ਕੌਣ ਸੀਗਾ ਜੀ, ਰਜਿੰਦਰ ਪ੍ਰਸਾਦ ਸੀਗੇ ਜੀ। ਦੂਜੀ ਗੱਲ, ਜਿਹੜਾ ਪ੍ਰੈਜ਼ੀਡੈਂਟ ਹੈ ਉਹਦੀ ਜਿਹੜੀ ਉਹਦੇ ਬਾਰੇ ਲਿਖਿਆ ਹੋਇਆ ਕਿਹੜੇ ਆਰਟੀਕਲ 'ਚ ਲਿਖਿਆ ਹੋਇਆ ਜੀ, ਆਰਟੀਕਲ 52 ਦੇ ਵਿੱਚ ਲਿਖਿਆ ਹੋਇਆ ਜੀ ਕਿ ਦੇਅਰ ਸ਼ੈਲ ਬੀ ਪ੍ਰੈਜ਼ੀਡੈਂਟ ਆਫ ਇੰਡੀਆ। ਕੌਣ ਹੈ ਜੀ, ਆਰਟੀਕਲ 52 ਆਰਟੀਕਲ ਦੇ ਵਿੱਚ ਦੱਸਿਆ ਹੋਇਆ ਜੀ। ਦੂਜੀ ਗੱਲ ਕਿ ਫਸਟ ਸਿਟੀਜ਼ਨ ਆਫ ਇੰਡੀਆ ਕੌਣ ਹੁੰਦਾ ਜੀ, ਤਾਂ ਉਹ ਵੀ ਕੌਣ ਹੁੰਦਾ ਜੀ, ਪ੍ਰੈਜ਼ੀਡੈਂਟ ਹੁੰਦਾ ਜੀ। ਠੀਕ ਹੈ ਜੀ, ਹੋਰ ਤੁਸੀਂ ਯਾਦ ਰੱਖ ਸਕਦੇ ਹੋ ਪ੍ਰੈਜ਼ੀਡੈਂਟ ਦੀ ਜਿਹੜੀ ਸੈਲਰੀ ਉਹ ਕਿੰਨੀ ਹੁੰਦੀ ਹੈ ਜੀ, 5 ਲੱਖ। ਠੀਕ ਹੈ ਜੀ, ਹੋਰ ਤੁਸੀਂ ਕੀ ਯਾਦ ਰੱਖ ਸਕਦੇ ਹੋ, ਆਰਟੀਕਲ 54, ਆਰਟੀਕਲ 58, ਆਰਟੀਕਲ 61। ਠੀਕ ਹੈ ਜੀ, ਜੇ ਆਪਾਂ ਇਹਨੂੰ ਥਿਊਰੀ ਵਾਈਜ਼ ਕਰੀਏ ਤਾਂ ਇੱਕ ਕਹਾਣੀ ਬਣਾ ਕੇ ਕਰਦੇ ਹੁੰਦੇ ਹਾਂ, ਬਟ ਹੁਣ ਵਨ ਲਾਈਨ ਰਹਿ ਤਾਂ ਮੈਂ ਤੁਹਾਨੂੰ ਇੰਨੇ ਕੁ ਸਮੇਂ ਦੇ ਵਿੱਚ ਇੰਨਾ ਹੀ ਕੁਝ ਦੱਸ ਸਕਦਾ। ਤਾਂ ਜਿਹੜੇ ਬੱਚਿਆਂ ਦੀ ਪ੍ਰੈਪਰੇਸ਼ਨ ਹੈਗੀ ਹੈ ਬਸ ਉਹਨਾਂ ਨੇ ਆਪਣੇ ਆਪ ਨੂੰ ਮੌਕ ਟੈਸਟ ਲਾ ਕੇ ਹੀ ਜੱਜ ਕਰਨਾ। ਆਰਟੀਕਲ 52 ਕਿਹਦੇ ਬਾਰੇ ਦੱਸਦਾ ਜੀ, ਦੇਅਰ ਸ਼ੈਲ ਬੀ ਪ੍ਰੈਜ਼ੀਡੈਂਟ ਆਫ ਇੰਡੀਆ। 54 ਕਿਹਦੇ ਬਾਰੇ ਦੱਸਦਾ ਜੀ, ਇਲੈਕਸ਼ਨ ਆਫ ਪ੍ਰੈਜ਼ੀਡੈਂਟ। ਠੀਕ ਹੈ ਜੀ, ਆਰਟੀਕਲ 58 ਕੁਆਲੀਫਿਕੇਸ਼ਨ ਬਾਰੇ ਦੱਸਦਾ ਜੀ। ਠੀਕ ਹੈ ਜੀ, ਆਰਟੀਕਲ 61 ਕਿਹਦੇ ਬਾਰੇ ਦੱਸਦਾ ਜੀ, ਇੰਪੀਚਮੈਂਟ। ਠੀਕ ਹੈ ਜੀ, ਇੰਨੀ ਗੱਲ ਕਲੀਅਰ ਹੈ ਜੀ। ਹੁਣ ਜੇ ਤੁਹਾਨੂੰ ਪੁੱਛੇ ਕਿ ਪ੍ਰੈਜ਼ੀਡੈਂਟ ਵਾਸਤੇ ਜਿਹੜੀ ਕੁਆਲੀਫਿਕੇਸ਼ਨ ਚਾਹੀਦੀ ਹੈ ਕੀ ਚਾਹੀਦੀ ਹੈ ਜੀ, ਇੱਕੋ ਸਿਟੀਜ਼ਨ ਹੋਣਾ ਚਾਹੀਦਾ ਹੈ, ਹੀ ਸ਼ੁੱਡ ਬੀ ਸਿਟੀਜ਼ਨ ਆਫ ਇੰਡੀਆ। ਮਿਨੀਮਮ ਏਜ ਕਿੰਨੀ ਹੋਣੀ ਚਾਹੀਦੀ ਹੈ, 35 ਸਾਲ। ਮਿਨੀਮਮ ਏਜ ਹੈ ਜਿਹੜੀ ਉਹ ਕਿੰਨੀ ਹੋਣੀ ਚਾਹੀਦੀ ਹੈ ਜੀ, 35 ਸਾਲ ਹੋਣੀ ਚਾਹੀਦੀ ਹੈ। ਪਰ ਜੇ ਮੈਕਸੀਮਮ ਪੁੱਛੇ ਹੋ ਤਾਂ ਤੁਸੀਂ ਕਹੋਗੇ ਜੀ ਨੋਟ ਪ੍ਰਿਸਕ੍ਰਾਈਬਡ, ਦੱਸੀ ਨਹੀਂ ਗਈ। ਠੀਕ ਹੈ ਜੀ, ਅਤੇ ਲੋਕ ਸਭਾ ਦੇ ਕੀ ਹੈ ਜੀ, ਉਹ ਮੈਂਬਰ ਹੈ ਜਿਹੜੇ ਉਹ ਕੁਆਲੀਫਾਈ ਹੋਣੇ ਚਾਹੀਦੇ ਨੇ। ਠੀਕ ਹੈ ਜੀ, ਇੰਨੀ ਗੱਲ ਕਲੀਅਰ ਹੈ ਜੀ। ਪ੍ਰਾਈਮ ਮਿਨਿਸਟਰ, ਪ੍ਰਾਈਮ ਮਿਨਿਸਟਰ ਤੁਹਾਨੂੰ ਪਤਾ ਹੀ ਡੀ ਫੈਕਟੋ, ਅਸਲੀ ਜਿਹੜਾ ਮੁਖੀ ਹੁੰਦਾ ਜੀ ਉਹ ਕੌਣ ਹੁੰਦਾ ਜੀ, ਪ੍ਰਾਈਮ ਮਿਨਿਸਟਰ ਹੁੰਦਾ ਜੀ। ਐਟ ਪ੍ਰੈਜ਼ੈਂਟ ਕੌਣ ਨੇ, ਨਰਿੰਦਰ ਮੋਦੀ। ਚੀਫ ਜਸਟਿਸ ਆਫ ਇੰਡੀਆ
ਚੀਫ ਜਸਟਿਸ ਆਫ ਇੰਡੀਆ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸੁਪਰੀਮ ਕੋਰਟ ਦੇ ਕਿੰਨੇ ਜੱਜ ਹੁੰਦੇ ਨੇ ਟੋਟਲ ਜੀ, ਐਟ ਪ੍ਰੈਜ਼ੈਂਟ 34 ਹੁੰਦੇ ਨੇ, ਠੀਕ ਹੈ, ਹੁਣੀ ਵਧਾਏ ਨੇ। ਤਾਂ ਇਹ ਕੀ ਕੰਬੀਨੇਸ਼ਨ ਹੁੰਦਾ ਜੀ, 1+33 ਦਾ ਕੰਬੀਨੇਸ਼ਨ ਹੁੰਦਾ ਜੀ। ਇੱਕ ਚੀਫ ਜਸਟਿਸ ਹੁੰਦਾ ਜੀ, ਬਾਕੀ 33 ਕੀ ਹੁੰਦੇ ਨੇ, ਜੱਜ ਹੁੰਦੇ ਨੇ। ਇਹਨਾਂ ਨੂੰ ਵੀ ਕੌਣ ਅਪੋਇੰਟ ਕਰਦਾ ਜੀ, ਪ੍ਰੈਜ਼ੀਡੈਂਟ ਕਰਦਾ। ਇੰਨੀ ਗੱਲ ਕਲੀਅਰ ਹੈ ਜੀ। ਸੁਪਰੀਮ ਕੋਰਟ ਦਾ ਜਿਹੜਾ ਆਰਟੀਕਲ ਹੈ ਜੀ ਉਹ ਹੈਗਾ ਤੁਹਾਡਾ 124 ਨੰਬਰ ਆਰਟੀਕਲ, ਉਹਦੇ ਵਿੱਚ ਲਿਖਿਆ ਹੋਇਆ ਜੀ ਸੁਪਰੀਮ ਕੋਰਟ ਇਜ਼ ਐਪੈਕਸ ਕੋਰਟ, ਠੀਕ ਹੈ ਜੀ। ਇੰਨੀ ਗੱਲ ਕਲੀਅਰ ਹੈ ਜੀ। ਹੋਰ ਤੁਹਾਨੂੰ ਪੁੱਛ ਸਕਦਾ ਹੈ ਕਿ ਸੁਪਰੀਮ ਕੋਰਟ ਦੇ ਪਹਿਲੇ ਚੀਫ ਜਸਟਿਸ ਦਾ ਕੀ ਨਾਮ ਸੀਗਾ, ਤਾਂ ਤੁਸੀਂ ਕਹੋਗੇ H.J. ਕਾਨੀਆ, ਠੀਕ ਹੈ ਜੀ। ਇੰਨੀ ਗੱਲ ਕਲੀਅਰ ਹੈ। ਚੀਫ ਜਸਟਿਸ ਬਣਨ ਵਾਸਤੇ ਜਾਂ ਸੁਪਰੀਮ ਕੋਰਟ ਦਾ ਸੁਪਰੀਮ ਕੋਰਟ ਦਾ ਜੱਜ ਬਣਨ ਵਾਸਤੇ ਤੁਹਾਨੂੰ ਕੀ ਮਤਲਬ ਕੁਆਲੀਫਿਕੇਸ਼ਨ ਪੂਰੀਆਂ ਕਰਨੀਆਂ ਪੈਣਗੀਆਂ, ਤਾਂ ਤੁਹਾਡੇ ਕੋਲ ਕੀ ਹੈ ਜੀ, 10 ਸਾਲ ਤੁਸੀਂ ਐਡਵੋਕੇਟ ਹੋਵੋ ਹਾਈ ਕੋਰਟ ਦੇ ਵਿੱਚ, 5 ਸਾਲ ਤੁਸੀਂ ਕੀ ਹੋਵੋ ਜੀ, ਜੱਜ ਹੋਵੋ ਹਾਈ ਕੋਰਟ ਦੇ ਵਿੱਚ, ਤਾਂ ਤੁਸੀਂ ਕੀ ਹੈ ਜੀ ਸੁਪਰੀਮ ਕੋਰਟ ਦੇ ਜੱਜ ਬਣ ਸਕਦੇ ਹੋ। ਜਾਂ ਤਾਂ ਫਿਰ 10 ਸਾਲ ਵਕਾਲਤ ਕੀਤੀ ਹੋਵੇ ਹਾਈ ਕੋਰਟ ਦੇ ਵਿੱਚ, ਜਾਂ 5 ਸਾਲ ਦੇ ਵਿੱਚ 5 ਸਾਲ ਤੁਸੀਂ ਜੱਜ ਰਹੇ ਹੋ ਹਾਈ ਕੋਰਟ ਦੇ ਵਿੱਚ। ਇੰਨੀ ਗੱਲ ਕਲੀਅਰ ਹੈ ਜੀ। ਸੁਪਰੀਮ ਕੋਰਟ ਜਿਹੜੀ ਆਪਣੀ ਹੋਈ ਹੈ, ਇਹਦਾ ਉਦਘਾਟਨ ਕਦੋਂ ਹੋਇਆ, ਤਾਂ 28 ਜਨਵਰੀ 1950। ਇਹ ਤੁਸੀਂ ਯਾਦ ਰੱਖਣਾ, ਸੁਪਰ ਇੰਪੋਰਟੈਂਟ ਕੁਐਸਚਨ ਹੈ, ਪਿਛਲੀ ਵਾਰ PSPCL ਦੇ ਵਿੱਚ ਆਇਆ ਸੀ, ਠੀਕ ਹੈ ਜੀ। ਬਸ ਇੰਨਾ ਕੁ ਤੁਸੀਂ ਯਾਦ ਰੱਖ ਲਿਓ, ਜ਼ਿਆਦਾ ਲੰਬਾ। ਪ੍ਰੈਜ਼ੀਡੈਂਟ ਇਲੈਕਸ਼ਨ ਇਜ਼ ਰਿਸਪੌਂਸਿਬਿਲਿਟੀ ਆਫ, ਜਿਹੜੀ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਹੁੰਦੀ ਆ ਉਹ ਕਿਹਦੀ ਰਿਸਪੌਂਸਿਬਿਲਿਟੀ ਹੁੰਦੀ ਹੈ, ਤਾਂ ਹੁੰਦੀ ਹੈ ਜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ, ਠੀਕ ਹੈ ਜੀ। ਆਰਟੀਕਲ ਕਿਹੜਾ ਜੀ ਇਲੈਕਸ਼ਨ ਕਮਿਸ਼ਨ ਦਾ, ਆਪਣਾ ਆਰਟੀਕਲ 324 ਹੁੰਦਾ ਜੀ, ਠੀਕ ਹੈ। ਆਪਣਾ ਕੀ ਹੁੰਦਾ ਜੀ, ਬੇਸਿਕਲੀ 3 ਮੈਂਬਰਸ ਹੁੰਦੇ ਨੇ ਇਲੈਕਸ਼ਨ ਕਮਿਸ਼ਨ ਦੇ, ਠੀਕ ਹੈ। ਮਤਲਬ ਕੀ ਪੇਅਰ ਹੁੰਦਾ ਜੀ 1+2। ਇੱਕ ਹੁੰਦਾ ਜੀ ਚੀਫ ਇਲੈਕਸ਼ਨ ਕਮਿਸ਼ਨਰ, 2 ਕੀ ਹੁੰਦੇ ਨੇ ਜੀ ਇਲੈਕਸ਼ਨ ਕਮਿਸ਼ਨਰ। ਇੰਨੀ ਗੱਲ ਕਲੀਅਰ ਹੈ ਜੀ। ਅਤੇ ਆਪਣੇ ਜਿਹੜੇ ਪਹਿਲੇ ਚੀਫ ਇਲੈਕਸ਼ਨ ਕਮਿਸ਼ਨਰ ਸੀਗੇ ਉਹ ਸੀਗੇ ਜੀ ਸੁਕੁਮਾਰ ਸੇਨ, ਠੀਕ ਹੈ ਜੀ। ਇੰਨੀ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। ਇਹਨਾਂ ਦਾ ਜਿਹੜਾ ਟਨਿਓਰ ਹੁੰਦਾ ਜੀ ਉਹ ਕਿੰਨਾ ਹੁੰਦਾ ਜੀ, 6 ਈਅਰ ਜਾਂ ਫਿਰ 65, ਠੀਕ ਹੈ ਜੀ। ਜ਼ਿਆਦਾ 6 ਸਾਲ ਰਹਿਣਗੇ ਅਤੇ ਜਾਂ 65 ਸਾਲ ਦੀ ਉਮਰ ਤੱਕ ਰਹਿਣਗੇ ਇਹ ਚੀਫ ਇਲੈਕਸ਼ਨ ਕਮਿਸ਼ਨਰ, ਠੀਕ ਹੈ ਜੀ। UPSC ਆਰਟੀਕਲ 315 ਦੀ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ, ਸਟੇਟ PSC, ਇਹ ਵੀ ਤੁਸੀਂ ਇਸ ਤੁਹਾਡੇ ਲਈ ਇੰਨਾ ਇੰਪੋਰਟੈਂਟ ਨਹੀਂ ਹੈਗਾ। ਤਾਂ ਬਸ C ਆਪਸ਼ਨ ਇਹਦਾ ਕੀ ਹੈ ਜੀ, ਯਾਦ ਰੱਖਣ ਵਾਲੀ ਆਪਸ਼ਨ ਹੈ। ਆਰਟੀਕਲ 326 ਪੜ੍ਹ ਲਓ ਜੀ। ਇਹਦੇ ਵਿੱਚ ਕਿਹਦੀ ਗੱਲ ਕਰਦਾ ਜੀ, ਅਡਲਟ ਫਰੈਂਚਾਈਜ਼ੀ, ਠੀਕ ਹੈ ਜੀ। ਅਡਲਟ ਫਰੈਂਚਾਈਜ਼ੀ ਮਤਲਬ ਵੋਟ ਪਾਉਣ ਦਾ ਅਧਿਕਾਰ ਕਿਹਨੂੰ ਹੈ ਜੀ, ਜਿਹਦੀ ਉਮਰ ਕੀ ਹੈ 18 ਸਾਲ ਦੀ ਹੈ। ਤਾਂ ਇਹਦੇ ਵਿੱਚ ਕੀ ਹੈ ਜੀ, ਅਮੈਂਡਮੈਂਟ ਹੋਈ ਹੈ 61st ਅਮੈਂਡਮੈਂਟ 1987, ਠੀਕ ਹੈ। 61ਵੀਂ ਅਮੈਂਡਮੈਂਟ 1987। ਅਤੇ ਇਹਦੇ ਵਿੱਚ ਜਿਹੜੀ ਪਹਿਲਾਂ ਏਜ ਸੀਗੀ ਉਹ ਕਿੰਨੀ ਸੀ, 21 ਸੀ। ਉਸ ਤੋਂ ਬਾਅਦ ਕਿੰਨੀ ਹੋ ਗਈ ਜੀ, 18 ਹੋ ਗਈ। ਮਤਲਬ 21 ਤੋਂ 18 ਕੀਤੀ ਗਈ 61ਵੀਂ ਅਮੈਂਡਮੈਂਟ ਦੇ ਤਹਿਤ, ਠੀਕ ਹੈ ਜੀ। 16ਵਾਂ ਕੁਐਸਚਨ, ਦਾ ਸਪੀਕਰਸ ਵੋਟ ਇਨ ਲੋਕ ਸਭਾ ਇਜ਼ ਕਾਲਡ, ਸਪੀਕਰ ਦੀ ਜਿਹੜੀ ਵੋਟ ਹੁੰਦੀ ਹੈ ਲੋਕ ਸਭਾ ਦੇ ਵਿੱਚ ਉਹਨੂੰ ਕਿਹੜੀ ਵੋਟ ਕਹਿੰਦੇ ਨੇ, ਤਾਂ ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ। C ਆਪਸ਼ਨ ਕਾਸਟਿੰਗ ਵੋਟ ਹੁੰਦੀ ਹੈ। ਜਦੋਂ ਵੀ ਮਤਲਬ ਕੀ ਹੈ ਤੁਹਾਡੀ ਇਲੈਕਸ਼ਨ ਹੋ ਰਹੀ ਹੈ ਤਾਂ ਉੱਥੇ ਕੀ ਹੋ ਜਾਏ ਜੀ, ਦੋਨਾਂ ਕੈਂਡੀਡੇਟਾਂ ਦੇ ਵਿੱਚ ਕੀ ਹੈ ਵੋਟ ਸਿਸਟਮ ਹੈ ਜਿਹੜਾ ਉਹ ਬੈਲੈਂਸ ਹੋ ਜਾਏ, ਠੀਕ ਹੈ। ਸਿੱਧੀ ਭਾਸ਼ਾ 'ਚ ਆਪਾਂ ਕਹੀਏ ਤਾਂ ਉਦੋਂ ਬਾਅਦ ਸਪੀਕਰ ਤੋਂ ਵੋਟ ਪਵਾਈ ਜਾਂਦੀ ਹੈ, ਤਾਂ ਉਹ ਕਿਹੜੀ ਵੋਟ ਕਹਾਉਂਦੀ ਹੈ ਜੀ, ਕਾਸਟਿੰਗ ਵੋਟ ਕਹਾਉਂਦੀ ਹੈ। ਰਾਜ ਸਭਾ ਦਾ ਸਪੀਕਰ ਜਿਹੜਾ ਚੇਅਰਮੈਨ ਹੁੰਦਾ ਹੈ ਉਹਦੀ ਵੀ ਕਿਹੜੀ ਵੋਟ ਹੁੰਦੀ ਹੈ ਜੀ, ਕਾਸਟਿੰਗ ਵੋਟ ਹੁੰਦੀ ਹੈ, ਠੀਕ ਹੈ। ਤਾਂ ਧਿਆਨ ਰੱਖਿਓ। ਹਾਂਜੀ, ਹੁਣ ਆ ਜਾਓ ਗੱਲ ਲੋਕ ਸਭਾ ਅਤੇ ਰਾਜ ਸਭਾ 'ਤੇ, ਠੀਕ ਹੈ। ਲੋਕ ਸਭਾ ਕੀ ਹੈ ਜੀ, 552 ਜਿਹੜੇ ਇਹਦੇ ਟੋਟਲ ਮੈਂਬਰ ਨੇ। ਰਾਜ ਸਭਾ ਦੇ ਕਿੰਨੇ ਨੇ ਜੀ, 250 ਮੈਂਬਰ ਨੇ, ਠੀਕ ਹੈ ਜੀ। ਜਿਹੜੇ ਇਹ 'ਚ ਲੋਕ ਸਭਾ 'ਚ ਪ੍ਰੈਜ਼ੀਡੈਂਟ ਕਿੰਨੇ ਮੈਂਬਰ ਨੋਮੀਨੇਟ ਕਰਦਾ ਜੀ, 2 ਮੈਂਬਰ ਹੈ ਜਿਹੜੇ ਉਹ ਨੋਮੀਨੇਟ ਕਰਦਾ ਐਂਗਲੋ ਇੰਡੀਅਨ ਕਮਿਊਨਿਟੀ ਦੇ, ਠੀਕ ਹੈ। ਅਤੇ ਇਹਦੇ ਵਿੱਚ ਰਾਜ ਸਭਾ ਦੇ ਵਿੱਚ ਕੀ ਹੈ ਜੀ, 12 ਮੈਂਬਰ ਹੈ ਜਿਹੜੇ ਉਹ ਪ੍ਰੈਜ਼ੀਡੈਂਟ ਹੈ ਜਿਹੜਾ ਨੋਮੀਨੇਟ ਕਰਦਾ ਹੈ। ਰਾਜ ਸਭਾ ਦਾ ਚੇਅਰਮੈਨ ਹੁੰਦਾ ਜੀ, ਕੌਣ ਹੁੰਦਾ, ਵਾਈਸ ਪ੍ਰੈਜ਼ੀਡੈਂਟ, ਠੀਕ ਹੈ। ਆਰਟੀਕਲ 63 ਦੇ ਵਿੱਚ ਕੀ ਦੱਸਿਆ ਹੋਇਆ ਜੀ, ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ, ਦੇਅਰ ਸ਼ੈਲ ਬੀ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ। ਆਰਟੀਕਲ 64 ਦੇ ਵਿੱਚ ਕੀ ਦੱਸਿਆ ਹੋਇਆ ਜੀ, ਵਾਈਸ ਪ੍ਰੈਜ਼ੀਡੈਂਟ ਇਜ਼ ਐਕਸ officio ਚੇਅਰਮੈਨ ਆਫ ਰਾਜ ਸਭਾ, ਠੀਕ ਹੈ। ਤਾਂ ਧਿਆਨ ਰੱਖਿਓ, ਇੰਪੋਰਟੈਂਟ ਹੈ ਗੱਲ। ਹੁਣ ਆ ਜਾਓ ਜੀ ਲੈਜਿਸਲੇਟਿਵ ਅਸੈਂਬਲੀ ਅਤੇ ਲੈਜਿਸਲੇਟਿਵ ਕਾਊਂਸਲ 'ਤੇ, ਠੀਕ ਹੈ ਜੀ। ਤਾਂ ਦੇਖੋ ਲੈਜਿਸਲੇਟਿਵ ਅਸੈਂਬਲੀ ਦੇ ਬਾਰੇ ਆਪਾਂ ਜ਼ਿਆਦਾ ਨਹੀਂ ਡਿਸਕਸ ਕਰਦੇ। ਦੇਖੋ ਪੇਪਰ 'ਚ ਪੁੱਛਣਾ ਸਾਰਿਆਂ ਨਾਲੋਂ ਵੱਧ ਸੀਟਾਂ ਜਿਹੜੀਆਂ ਲੈਜਿਸਲੇਟਿਵ ਅਸੈਂਬਲੀ ਦੀਆਂ ਕਿਹੜੀ ਸਟੇਟ ਦੀਆਂ, ਤਾਂ ਤੁਸੀਂ ਕਹੋਗੇ ਜੀ UP ਦੀਆਂ। ਕਿੰਨੀਆਂ ਜੀ,
403 ने, ठीक है। उदू बाद पेपर 'ਚ ਪੁੱਛ ਲੈਣ ਕਿਹਦੀਆਂ ਨੇ ਤਾਂ ਤੁਸੀਂ ਕਹੋਗੇ ਜੀ ਵੈਸਟ ਬੰਗਾਲ ਦੀਆਂ, ठीक है। ਜੇ उदू बाद ਪੁੱਛ ਲੈਣ ਤਾਂ ਤੁਸੀਂ ਕਹੋਗੇ ਜੀ ਮਹਾਰਾਸ਼ਟਰ ਦੀਆਂ, ਜੇ उदू बाद ਪੁੱਛ ਲੈਣ ਤਾਂ ਬਿਹਾਰ ਦੀਆਂ। ਤਾਂ ਬਹੁਤੇ ਬੱਚੇ ਪਤਾ ਕੀ ਕਰਦੇ ਆ, ਯੂਪੀ ਉਹਨਾਂ ਨੂੰ ਪਤਾ ਹੁੰਦਾ ਵੀ ਸਾਰਿਆਂ ਨਾਲੋਂ ਵੱਧ ਸੀਟਾਂ ਜਿਹੜੀਆਂ ਵਿਧਾਨ ਸਭਾ ਦੇ ਕਿਹੜੀ ਸਟੇਟ ਦੇ ਵਿੱਚ ਨੇ, ਤਾਂ ਕਹਿੰਦੇ ਨੇ ਵੀ ਯੂਪੀ ਦੇ ਵਿੱਚ ਨੇ। ਉਦੋਂ ਬਾਅਦ ਪੁੱਛ ਲਈਏ ਤਾਂ ਕਹਿੰਦੇ ਨੇ ਬਿਹਾਰ ਦੇ ਵਿੱਚ। ਨਹੀਂ ਜੀ, ਯੂਪੀ ਤੋਂ ਬਾਅਦ ਵੈਸਟ ਬੰਗਾਲ ਦਾ ਨੰਬਰ ਹੈ, ਵੈਸਟ ਬੰਗਾਲ ਤੋਂ ਬਾਅਦ ਮਹਾਰਾਸ਼ਟਰ ਦਾ ਨੰਬਰ ਹੈ, ਮਹਾਰਾਸ਼ਟਰ ਤੋਂ ਬਾਅਦ ਕਿਹਦਾ ਜੀ, ਬਿਹਾਰ ਦਾ, ਠੀਕ ਹੈ ਜੀ। ਧਿਆਨ ਰੱਖਿਓ। ਹੁਣ ਲੈਜਿਸਲੇਟਿਵ ਕੌਂਸਲ 'ਤੇ ਆਉਂਦੇ ਆਪਾਂ, ਵਿਧਾਨ ਪਰਿਸ਼ਦ 'ਤੇ ਆਉਂਦੇ ਹਾਂ। ਪਹਿਲਾਂ ਆਪਣੇ ਜਿਹੜੇ ਵਿਧਾਨ ਪਰਿਸ਼ਦ ਸੀ ਉਹ 7 ਸਟੇਟਾਂ ਦੇ ਵਿੱਚ ਸੀ, ਬਟ ਹੁਣ ਕੀ ਹੋ ਗਿਆ ਜੀ 6 ਸਟੇਟਾਂ ਦੇ ਵਿੱਚ ਰਹਿ ਗਈ, ਕਿਉਂਕਿ ਪਹਿਲਾਂ ਜੰਮੂ ਕਸ਼ਮੀਰ ਦੇ ਵਿੱਚ ਸੀਗੀ। ਤਾਂ ਜੰਮੂ ਕਸ਼ਮੀਰ ਨੂੰ ਹੁਣ ਕੀ ਹੈ ਜੀ ਯੂਨੀਅਨ ਟੈਰੀਟਰੀ ਬਣਾ ਦਿੱਤਾ ਗਿਆ। ਤਾਂ ਹੁਣ ਜਿਹੜੀਆਂ 6 ਲੈਜਿਸਲੇਟਿਵ ਕੌਂਸਲਸ ਨੇ ਉਹ ਕਿਹੜੀ ਕਿਹੜੀ ਸਟੇਟ ਦੇ ਵਿੱਚ ਹੈ ਜੀ, ਮਹਾਰਾਸ਼ਟਰ, ਕਰਨਾਟਕਾ, ਆਂਧਰਾ ਪ੍ਰਦੇਸ਼, ਤੇਲੰਗਾਨਾ, ਠੀਕ ਹੈ ਜੀ, ਯੂਪੀ ਅਤੇ ਬਿਹਾਰ, ਠੀਕ ਹੈ ਜੀ। ਆਹ ਜਿਹੜੀਆਂ 6 ਸਟੇਟਸ ਨੇ ਇਹਨਾਂ ਦੇ ਵਿੱਚ ਕੀ ਲੈਜਿਸਲੇਟਿਵ ਕਾਉਂਸਲਸ ਹੈ। ਦੇਖੋ ਜੀ ਦੋ ਤਰ੍ਹਾਂ ਦੇ ਕੀ ਹੁੰਦੇ ਨੇ ਜੀ ਸਟੇਟਾਂ ਹੁੰਦੀਆਂ ਨੇ, ਇੱਕ ਹੁੰਦੀ ਹੈ ਜੀ ਯੂਨੀਕੈਮਰਲ, ਠੀਕ ਹੈ, ਇੱਕ ਹੁੰਦੀ ਹੈ ਜੀ ਬਾਈ ਕੈਮਰਲ। ਇੰਨੀ ਗੱਲ ਕਲੀਅਰ ਹੈ। ਯੂਨੀਕੈਮਰਲ ਉਹ ਹੁੰਦੀ ਹੈ ਜਿਨ੍ਹਾਂ ਦੇ ਵਿੱਚ ਕੀ ਹੈ ਸਿਰਫ ਅਤੇ ਸਿਰਫ ਲੈਜਿਸਲੇਟਿਵ ਅਸੈਂਬਲੀ ਹੋਵੇ, ਜਿਨ੍ਹਾਂ ਵਿੱਚ ਇੱਕ ਸਦਨ ਹੋਵੇ। ਬਾਈ ਕੈਮਰਲ ਕੀ ਹੁੰਦਾ ਜੀ, ਜਿਨ੍ਹਾਂ ਦੇ ਵਿੱਚ ਦੋਨੇ ਸਦਨ ਹੋਣ, ਮਤਲਬ ਲੈਜਿਸਲੇਟਿਵ ਅਸੈਂਬਲੀ ਅਤੇ ਲੈਜਿਸਲੇਟਿਵ ਕਾਉਂਸਲ। ਆਪਣੇ ਪੰਜਾਬ ਦੇ ਵਿੱਚ ਕੀ ਹੈ ਜੀ ਸਿਰਫ ਅਤੇ ਸਿਰਫ ਲੈਜਿਸਲੇਟਿਵ ਅਸੈਂਬਲੀ ਹੈ, ਠੀਕ ਹੈ ਜੀ। ਲੈਜਿਸਲੇਟਿਵ ਅਸੈਂਬਲੀ ਦਾ ਜਿਹੜਾ ਆਰਟੀਕਲ ਹੈ ਜੀ ਉਹ ਹੈਗਾ ਜੀ ਆਰਟੀਕਲ 170। ਇੰਨੀ ਗੱਲ ਧਿਆਨ ਦੇ ਵਿੱਚ ਰੱਖਿਓ। ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਜਿਹੜਾ ਗਵਰਨਰ ਹੈ, ਇੰਨੀ ਵੀ ਗੱਲ ਤੁਸੀਂ ਧਿਆਨ ਰੱਖਿਓ। ਇੱਥੇ ਲਿਖਦਾ ਜੀ ਗਵਰਨਰ। ਸਟੇਟ ਦੇ ਵਿੱਚ ਗਵਰਨਰ ਦੀ ਕੀ ਸ਼ਕਤੀ ਹੁੰਦੀ ਹੈ, ਆਪਾਂ ਸਿੱਧੀ ਗੱਲ ਕਰੀਏ ਤਾਂ ਜਿਵੇਂ ਪ੍ਰੈਜ਼ੀਡੈਂਟ ਕੀ ਹੈ ਜੀ ਲੋਕ ਸਭਾ ਦੇ ਵਿੱਚ 12 ਕਰਦਾ ਹੈ, ਤਾਂ ਪਰ ਸਟੇਟ ਦੇ ਵਿੱਚ ਗਵਰਨਰ ਨੋਮੀਨੇਟ ਕਰਦਾ ਹੈ ਕਿੰਨੇ ਮੈਂਬਰ, ਇੱਕ ਮੈਂਬਰ ਹੈ ਜਿਹੜਾ ਉਹ ਐਂਗਲੋ ਇੰਡੀਅਨ ਕਮਿਊਨਿਟੀ ਦਾ ਗਵਰਨਰ ਲੈਜਿਸਲੇਟਿਵ ਅਸੈਂਬਲੀ 'ਚ ਨੋਮੀਨੇਟ ਕਰਦਾ ਹੈ। ਅਤੇ ਲੈਜਿਸਲੇਟਿਵ ਕੌਂਸਲ 'ਚ ਕਿੰਨੇ ਕਰਦਾ ਜੀ, 1/6 ਮੈਂਬਰ। ਸੁਪਰ ਇੰਪੋਰਟੈਂਟ ਕੁਐਸਚਨ ਹੈ ਜੀ। 1/6 ਮੈਂਬਰ ਹੈ ਜਿਹੜਾ ਉਹ ਲੈਜਿਸਲੇਟਿਵ ਕੌਂਸਲ ਦੇ ਵਿੱਚ ਨੋਮੀਨੇਟ ਕਰਦਾ ਹੈ। ਪੇਪਰ 'ਚ ਪੁੱਛ ਲੈਣ ਕਿ ਲੈਜਿਸਲੇਟਿਵ ਕੌਂਸਲ ਹੈ ਜਿਹੜੀ ਉਹ ਲੈਜਿਸਲੇਟਿਵ ਅਸੈਂਬਲੀ ਦਾ ਕਿੰਨਵਾਂ ਹਿੱਸਾ ਹੁੰਦੀ ਹੈ ਜੀ, ਤਾਂ 1/3 ਹੁੰਦੀ ਹੈ, ਠੀਕ ਹੈ। ਦੁਬਾਰੇ ਸੁਣ ਲਓ ਜੀ, ਵਿਧਾਨ ਸਭਾ ਦਾ ਵਿਧਾਨ ਪਰਿਸ਼ਦ ਕਿੰਨਵਾਂ ਹਿੱਸਾ ਹੁੰਦੀ ਹੈ ਜੀ, 1/3। ਪੇਪਰ ਦੇ ਵਿੱਚ ਆਇਆ ਹੋਇਆ ਕੁਐਸਚਨ ਹੈ ਜੀ। ਵਿਚ ਪਾਰਟ ਆਫ ਕੌਨਸਟੀਟਿਊਸ਼ਨ ਹੈਜ਼ ਪ੍ਰੋਵੀਜ਼ਨ ਫॉर ਦਾ ਪੰਚਾਇਤੀ ਰਾਜ। ਪੰਚਾਇਤੀ ਰਾਜ ਦਾ ਜਿਹੜਾ ਪ੍ਰੋਵੀਜ਼ਨ ਹੈ ਉਹ ਕਿਹੜੇ ਕਾਹਦੇ ਵਿੱਚ ਦੱਸਿਆ ਹੋਇਆ। ਤਾਂ ਇੱਥੇ ਹੈ ਨਾ ਮਤਲਬ ਥੋੜ੍ਹੀ ਜਿਹੀ ਕਨਫਿਊਜ਼ਨ ਹੈ ਇੱਥੇ। ਆਉਣਾ ਸੀ ਤੁਹਾਡੇ ਸ਼ਡਿਊਲਸ ਆਉਣੇ ਸੀਗੇ, ਠੀਕ ਹੈ। ਆਪਾਂ ਪਾਰਟ ਲਿਖ ਰੱਖੇ ਨੇ, ਪਾਰਟ ਨਹੀਂ ਆਉਂਦੇ ਹੈਗੇ, ਸ਼ਡਿਊਲਸ ਆਉਣਗੇ। ਸ਼ਡਿਊਲ ਕਿਹੜਾ ਸੀਗਾ ਜੀ, 9ਵਾਂ। ਤਾਂ ਫਿਰ ਜੇ ਸ਼ਡਿਊਲ 9ਵਾਂ 9ਵਾਂ ਨਹੀਂ 11ਵਾਂ, ਠੀਕ ਹੈ ਜੀ, 11ਵਾਂ ਹੈ ਜੀ। ਤਾਂ 73ਵੀਂ ਅਮੈਂਡਮੈਂਟ 1992 ਦੇ ਵਿੱਚ ਹੋਈ ਹੈ, ਠੀਕ ਹੈ। 2 ਅਮੈਂਡਮੈਂਟਸ ਤੁਸੀਂ ਇਕੱਠੀਆਂ ਯਾਦ ਰੱਖਣੀਆਂ। 74th ਅਮੈਂਡਮੈਂਟ ਇਹ ਵੀ 1992 ਦੇ ਵਿੱਚ ਹੋਈ। ਇੰਨੀ ਗੱਲ ਕਲੀਅਰ ਹੈ। ਜਿਹੜੀ 73rd ਅਮੈਂਡਮੈਂਟ ਹੈ ਇਹ ਹੈਗੀ ਜੀ ਪੰਚਾਇਤੀ ਰਾਜ ਦੇ ਨਾਲ ਸੰਬੰਧਿਤ, ਠੀਕ ਹੈ। ਸ਼ਡਿਊਲ ਕਿਹੜਾ ਜੀ, 11ਵਾਂ। ਇੰਨੀ ਗੱਲ ਕਲੀਅਰ। 74ਵੀਂ ਅਮੈਂਡਮੈਂਟ ਅਤੇ 73ਵੀਂ ਅਮੈਂਡਮੈਂਟ ਇਕੱਠੇ ਯਾਦ ਰੱਖਣੀ ਹੈ। 74ਵੀਂ ਅਮੈਂਡਮੈਂਟ ਕਾਹਦੇ ਨਾਲ ਰਿਲੇਟਡ ਹੈ ਜੀ, ਮਿਊਨਸਿਪਲ ਕਾਰਪੋਰੇਸ਼ਨ। ਇਹ ਕਿਹੜੇ ਸ਼ਡਿਊਲ ਦੇ ਵਿੱਚ ਹੈ ਜੀ, 12ਵੀਂ ਸ਼ਡਿਊਲ ਦੇ ਵਿੱਚ, ਠੀਕ ਹੈ ਜੀ। ਪੇਪਰ 'ਚ ਪੁੱਛ ਲੈਣ ਪਹਿਲਾ ਪੰਚਾਇਤੀ ਰਾਜ ਕਿਹੜੀ ਸਟੇਟ 'ਚ ਲੱਗਿਆ, ਤਾਂ ਤੁਸੀਂ ਕਹੋਗੇ ਜੀ ਰਾਜਸਥਾਨ ਦੇ ਵਿੱਚ ਲੱਗਿਆ, ਠੀਕ ਹੈ। ਪੇਪਰ 'ਚ ਪੁੱਛ ਲੈਣ ਪਹਿਲਾ ਮਿਊਨਸਿਪਲ ਕਾਰਪੋਰੇਸ਼ਨ ਕਿੱਥੇ ਬਣਿਆ, ਜਾਂ ਤੁਸੀਂ ਕਹੋਗੇ ਜੀ ਮਦਰਾਸ ਦੇ ਵਿੱਚ ਬਣਿਆ। ਆਇਆ ਹੋਇਆ ਇਹ ਕੁਐਸਚਨ ਹੈ ਜੀ। ਦੇਖੋ 2 ਤੁਹਾਨੂੰ ਮੈਂ ਅਮੈਂਡਮੈਂਟਾਂ ਹੋਰ ਕਰਾ ਦਿੰਦਾ, 10, 12, 15 ਅਤੇ 31। 10ਵੀਂ ਅਮੈਂਡਮੈਂਟ, 12ਵੀਂ ਅਮੈਂਡਮੈਂਟ, 15ਵੀਂ ਅਮੈਂਡਮੈਂਟ, 31ਵੀਂ ਅਮੈਂਡਮੈਂਟ। ਅਮੈਂਡਮੈਂਟ ਮਤਲਬ ਸੋਧ। 10ਵੀਂ ਅਮੈਂਡਮੈਂਟ ਦੇ ਵਿੱਚ ਕੀ ਹੋਇਆ ਜੀ, ਦਾਦਰ ਨਗਰ ਹਵੇਲੀ ਹੈ ਜਿਹੜੀ ਉਹ ਬਣੀ ਜੀ। 12ਵੀਂ ਅਮੈਂਡਮੈਂਟ ਦੇ ਨਾਲ ਕੀ ਹੋਇਆ ਜੀ, ਅਸੀਂ ਜਿਹੜਾ ਗੋਆ ਅਤੇ ਦਮਨ-ਦੀਵ, ਠੀਕ ਹੈ ਜੀ, ਆਪਾਂ ਕੀ ਸੀਗਾ ਜੀ ਪੁਰਤਗਾਲੀਆਂ ਤੋਂ ਖੋਇਆ ਸੀਗਾ 1961 ਦੇ ਵਿੱਚ, ਠੀਕ ਹੈ। ਅਮੈਂਡਮੈਂਟ 1962 ਦੇ ਵਿੱਚ ਹੋਈ 12ਵੀਂ ਜਾ ਕੇ। ਤਾਂ ਇਹਨੂੰ ਕੀ ਹੈ ਜੀ ਇੰਡੀਅਨ ਯੂਨੀਅਨ ਦੇ ਵਿੱਚ ਇਹ ਮਿਲਾਇਆ ਗਿਆ, ਠੀਕ ਹੈ। ਤਾਂ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ। 15ਵੀਂ ਅਮੈਂਡਮੈਂਟ ਕੀ ਹੈ ਜੀ, ਜਿਹੜੇ ਹਾਈ ਕੋਰਟ ਦੇ ਜੱਜ ਨੇ ਉਹਨਾਂ ਦੀ ਏਜ ਹੈ ਜਿਹੜੀ ਉਹ 60 ਤੋਂ 62 ਕੀਤੀ ਗਈ ਹੈ। 31ਵੀਂ ਜਿਹੜੀ ਅਮੈਂਡਮੈਂਟ ਹੈ ਉਹਦੇ ਵਿੱਚ ਕੀ ਹੈ ਜੀ, ਜਿਹੜੀਆਂ ਸੀਟਾਂ ਨੇ ਜੀ ਲੋਕ ਸਭਾ ਦੀਆਂ ਉਹ 525 ਤੋਂ 545 ਕੀਤੀਆਂ ਗਈਆਂ। ਧਿਆਨ ਰੱਖਿਓ ਜੀ, ਸੁਪਰ ਇੰਪੋਰਟੈਂਟ ਕੁਐਸਚਨ ਹੈ ਜੀ। ਇੰਗਲਿਸ਼ ਇਜ਼ ਦਾ ਓਫੀਸ਼ੀਅਲ ਲੈਂਗੁਏਜ ਆਫ ਵਿਚ ਸਟੇਟ। ਤਾਂ ਬਹੁਤ ਬੱਚੇ ਕੀ ਹੈ ਜੇ ਕੁਐਸਚਨ ਗਲਤ ਕਰੇ ਆਉਣਗੇ, ਤਾਂ ਇਹਦਾ ਜਿਹੜਾ ਸਹੀ ਆਨਸਰ ਆਊਗਾ ਡੀ ਆਪਸ਼ਨ। ਨਾਗਾਲੈਂਡ ਦੀ ਜਿਹੜੀ ਅਫੀਸ਼ੀਅਲ ਲੈਂਗੁਏਜ ਹੈ ਜੀ ਉਹ ਕਿਹੜੀ ਹੈ ਜੀ, ਇੰਗਲਿਸ਼ ਹੈ, ਠੀਕ ਹੈ। ਗੋਆ ਦੀ ਪੇਪਰ ਦੇ ਵਿੱਚ ਪੁੱਛ ਲੈਣ ਕਿਹੜੀ ਹੈ ਜੀ, ਤਾਂ ਕੋਂਕਣ। ਕੋਂਕਣੀ ਕੀ ਹੈ ਜੀ,
ਗੋਆ ਦੀ ਹੈ। ਗੋਆ ਕੇਮ ਇਨਟੂ ਐਗਜ਼ਿਸਟੈਂਸ ਕਦੋਂ ਐਗਜ਼ਿਸਟ ਜਾਂ ਹੋਣ ਦੇ ਵਿੱਚ ਆਇਆ ਜੀ? 1987 ਦੇ ਵਿੱਚ ਆਇਆ ਜੀ। ਗੋਆ ਦੀ ਜਿਹੜੀ ਕੈਪੀਟਲ ਹੈ ਉਹ ਕੀ ਹੈ ਜੀ? ਪਾਂਜੀ। ਠੀਕ ਹੈ ਜੀ, ਗੋਆ ਦੀ ਜਿਹੜੀ ਕੈਪੀਟਲ ਉਹ ਹੈਗੀ ਹੈ ਜੀ ਪਾਂਜੀ। ਹੋਰ ਮੈਂ ਤੁਹਾਨੂੰ ਦੱਸਦਾ ਥੋੜ੍ਹੀ ਜਿਹੀ ਗੱਲ। ਹੁਣ ਪਾਰਟ ਜਿਹੜਾ ਆਪਣਾ, ਸੌਰੀ ਪਾਰਟ ਨਹੀਂ, ਸ਼ਡਿਊਲ 8th ਕਿਹਦੀ ਗੱਲ ਕਰਦਾ ਜੀ? ਲੈਂਗੁਏਜਸ ਦੀ ਗੱਲ ਕਰਦਾ। ਜੇ ਪੇਪਰ 'ਚ ਪੁੱਛਣ ਆਪਣੀਆਂ ਜਿਹੜੀ ਸੰਵਿਧਾਨ ਦੇ ਵਿੱਚ ਅਫੀਸ਼ੀਅਲ ਲੈਂਗੁਏਜਸ ਕਿੰਨੀਆਂ ਨੇ, ਤਾਂ 22 ਲੈਂਗੁਏਜਸ ਨੇ ਜਿਹੜੀਆਂ ਉਹ ਅਫੀਸ਼ੀਅਲ ਨੇ। ਇਹਨਾਂ ਦੇ ਨਾਲ ਰਿਲੇਟਡ ਅਮੈਂਡਮੈਂਟ ਕਿਹੜੀਆਂ ਯਾਦ ਰੱਖਣੀਆਂ? 21, 71 ਅਤੇ 92। ਠੀਕ ਹੈ ਜੀ। 21ਵੀਂ ਅਮੈਂਡਮੈਂਟ ਕੀ ਹੈ ਜੀ? ਇਹਦੇ ਤਹਿਤ ਸਿੰਧੀ ਲੈਂਗੁਏਜ ਹੈ ਜਿਹੜੀ ਐਡ ਕੀਤੀ ਗਈ। 71ਵੀਂ ਅਮੈਂਡਮੈਂਟ ਦੇ ਵਿੱਚ ਕੀ ਸੀ? ਮਣੀਪੁਰੀ, ਕੋਂਕਣੀ ਅਤੇ ਨੈਪਲੀਜ਼, ਇਹ ਜਿਹੜੀਆਂ ਲੈਂਗੁਏਜਸ ਐਡ ਕੀਤੀਆਂ ਗਈਆਂ। 92 ਅਮੈਂਡਮੈਂਟ ਹੈ ਜਿਹੜੀ, ਇਹਦੇ ਤਹਿਤ ਕਿਹੜੀ ਕਿਹੜੀ ਹੈ ਜੀ? ਮੈਂਥਾਲੀ, ਬੋਡੋ ਅਤੇ ਡੋਗਰੀ। ਠੀਕ ਹੈ ਜੀ। ਪੂਰਾ ਵੀ ਲਿਖ ਸਕਦਾ ਪਰ ਤੁਸੀਂ ਮਾੜਾ ਜਿਹਾ ਪੌਜ਼ ਕਰਕੇ ਲਿਖ ਲਿਓ ਕਿਉਂਕਿ ਸਮਾਂ ਵੱਧ ਲੱਗ ਜਾਂਦਾ ਫਿਰ ਲਿਖਣ ਦੇ ਵਿੱਚ। ਠੀਕ ਹੈ ਜੀ। ਅਤੇ ਹੋਰ ਤੁਸੀਂ ਕੀ ਯਾਦ ਰੱਖ ਸਕਦੇ ਹੋ? ਦੇਖੋ, ਇੱਕ ਹੁੰਦੀਆਂ ਅਫੀਸ਼ੀਅਲ ਲੈਂਗੁਏਜਸ, ਇੱਕ ਹੁੰਦੀਆਂ ਜੀ ਤੁਹਾਡੀਆਂ ਕਲਾਸੀਕਲ ਲੈਂਗੁਏਜ। ਠੀਕ ਹੈ, ਇਹਨਾਂ ਦੋਨਾਂ ਦੇ ਵਿੱਚ ਥੋੜ੍ਹਾ ਜਿਹਾ ਫਰਕ ਸਮਝਿਓ। ਪੇਪਰ 'ਚ ਨਾ ਹੁਣ ਉਹ ਅਫੀਸ਼ੀਅਲ ਲੈਂਗੁਏਜਸ ਨਹੀਂ ਪਾਉਂਦਾ ਕਿਉਂਕਿ ਉਹਨੂੰ ਪਤਾ ਹੁੰਦਾ ਵੀ ਇਹਨਾਂ ਨੂੰ ਪਤਾ ਹੈ, ਪਰ ਐਗਜ਼ਾਮੀਨਰ ਕੀ ਕਰਦਾ? ਕਲਾਸੀਕਲ ਲੈਂਗੁਏਜਸ ਪਾਉਂਦਾ। ਤਾਂ 6 ਕਲਾਸੀਕਲ ਲੈਂਗੁਏਜਸ ਨੇ ਤਾਂ ਪੇਪਰ 'ਚ ਪੁੱਛ ਸਕਦੇ ਆ। ਫਸਟ ਕਲਾਸੀਕਲ ਲੈਂਗੁਏਜ ਆਫ ਇੰਡੀਆ, ਇਹ PSSS ਬੋਰਡ ਦੇ ਵਿੱਚ ਵੀ ਕੁਐਸਚਨ ਆਇਆ ਹੋਇਆ ਜੀ। ਠੀਕ ਹੈ, PSSS ਬੋਰਡ ਕਲਰਕ ਦਾ ਪੇਪਰ ਹੋਇਆ ਸੀਗਾ ਸਾਲ ਕੁ ਪਹਿਲਾਂ, ਤਾਂ ਉਹਦੇ 'ਚ ਕੁਐਸਚਨ ਇਹ ਪੁੱਛਿਆ ਸੀ। 6 ਕਲਾਸੀਕਲ ਲੈਂਗੁਏਜਸ ਨੇ ਤਾਂ ਪਹਿਲੀ ਕਲਾਸੀਕਲ ਲੈਂਗੁਏਜ ਕਿਹੜੀ ਹੈ ਜੀ? ਤਾਮਿਲ ਹੈ ਜੀ। ਠੀਕ ਹੈ, ਕਲਾਸੀਕਲ ਲੈਂਗੁਏਜ ਦਾ ਦਰਜਾ ਉਹਨੂੰ ਮਿਲਦਾ ਹੁੰਦਾ ਜਿਹੜੀਆਂ ਭਾਸ਼ਾਵਾਂ ਕਿਸੇ ਦੂਜੀ ਭਾਸ਼ਾ ਤੋਂ ਕਾਪੀ ਨਾ ਕੀਤੀਆਂ ਹੋਣ, 2000 ਜਾਂ 2000 ਤੋਂ ਵੱਧ ਸਾਲ ਕੀ ਹੈ ਜੀ ਪੁਰਾਣੀਆਂ ਹੋਣ, ਤਾਂ ਉਹਨਾਂ ਲੈਂਗੁਏਜਸ ਨੂੰ, ਉਹਨਾਂ ਭਾਸ਼ਾਵਾਂ ਨੂੰ ਕਲਾਸੀਕਲ ਲੈਂਗੁਏਜ ਦਾ ਦਰਜਾ ਮਿਲਦਾ ਹੈ। ਤਾਮਿਲ ਪਹਿਲੀ ਕਲਾਸੀਕਲ ਲੈਂਗੁਏਜ ਹੈ। ਦੂਜੀ ਕਿਹੜੀ ਹੈ ਜੀ? ਸੰਸਕ੍ਰਿਤ। ਫਿਰ ਹੈਗੇ ਜੀ ਤੇਲਗੂ। ਠੀਕ ਹੈ ਜੀ। ਫਿਰ ਹੈਗੇ ਜੀ ਕੰਨੜ। ਠੀਕ ਹੈ ਜੀ। ਫਿਰ ਹੈਗੇ ਤੁਹਾਡੀ ਮਲਿਆਲਮ। ਫਿਰ ਹੈਗੇ ਜੀ ਓੜੀਆ। ਠੀਕ ਹੈ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। ਹੂ ਕੰਡਕਟਡ ਦਾ ਸਟੇਟ ਅਸੈਂਬਲੀ ਇਲੈਕਸ਼ਨ? ਸਟੇਟ ਅਸੈਂਬਲੀ ਇਲੈਕਸ਼ਨਸ ਨੇ ਜਿਹੜੇ, ਇਹ ਕੌਣ ਹੈਲਡ ਕਰਦੀ ਹੈ? ਤਾਂ ਇਹ ਕਰਦੀ ਹੈ ਜੀ, ਇਹ ਵੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕਰਦੀ ਹੈ। ਬਹੁਤੇ ਬੱਚੇ ਕੀ ਕਰਨਗੇ? ਸਟੇਟ ਇਲੈਕਸ਼ਨ ਕਮਿਸ਼ਨ। ਨਹੀਂ ਜੀ, ਇੰਡੀਆ ਦਾ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਜੀ ਉਹ ਇਹਨੂੰ ਹੈਂਡਲ ਕਰਦਾ ਜੀ। 3 ਹੁੰਦੇ ਨੇ ਜੀ ਤੁਹਾਡੇ ਜਿਹੜੇ ਇਲੈਕਸ਼ਨ ਕਮਿਸ਼ਨਰਸ ਹੁੰਦੇ ਨੇ, ਜਿਨ੍ਹਾਂ ਦੇ ਵਿੱਚ ਕੀ ਹੈ 1+2 ਦਾ ਕੰਬੀਨੇਸ਼ਨ ਹੁੰਦਾ ਜੀ। ਇੱਕ ਚੀਫ ਇਲੈਕਸ਼ਨ ਕਮਿਸ਼ਨਰ ਹੁੰਦਾ ਜੀ, 2 ਕੀ ਹੁੰਦੇ ਨੇ ਜੀ? ਇਲੈਕਸ਼ਨ ਕਮਿਸ਼ਨਰ ਹੁੰਦੇ ਨੇ। ਤਾਂ ਹੋਰ ਤੁਸੀਂ ਇਹਦੇ ਬਾਰੇ ਕੀ ਯਾਦ ਰੱਖ ਸਕਦੇ ਹੋ? ਪ੍ਰੈਜ਼ੀਡੈਂਟ ਕੀ ਹੈ ਜੀ? 5 ਲੱਖ ਕੀ ਹੈ ਸੈਲਰੀ ਹੁੰਦੀ ਹੈ ਪ੍ਰੈਜ਼ੀਡੈਂਟ ਦੀ। ਪ੍ਰੈਜ਼ੀਡੈਂਟ ਨੂੰ ਕੌਣ ਸਹੁੰ ਚੁਕਾਉਂਦਾ ਜੀ? ਚੀਫ ਜਸਟਿਸ ਆਫ ਇੰਡੀਆ। ਪ੍ਰੈਜ਼ੀਡੈਂਟ ਆਪਣਾ ਜਿਹੜਾ ਰੈਜ਼ੀਗਨੇਸ਼ਨ ਦਿੰਦਾ ਉਹ ਕਿਹਨੂੰ ਦਿੰਦਾ ਜੀ? ਵਾਈਸ ਪ੍ਰੈਜ਼ੀਡੈਂਟ ਨੂੰ ਦਿੰਦਾ। ਵਾਈਸ ਪ੍ਰੈਜ਼ੀਡੈਂਟ ਕੀ ਹੁੰਦਾ ਜੀ? ਐਕਸ ਅਫੀਸ਼ੀਓ ਚੇਅਰਮੈਨ ਆਫ ਰਾਜ ਸਭਾ। ਠੀਕ ਹੈ, ਤਾਂ ਯਾਦ ਰੱਖਿਓ। ਹੁਣ ਥੋੜ੍ਹੀ ਜਿਹੀ ਮੈਂ ਤੁਹਾਨੂੰ ਗੱਲ ਦੱਸਦਾ। ਜੇ ਪ੍ਰੈਜ਼ੀਡੈਂਟ ਹੈ ਜੀ, ਪ੍ਰੈਜ਼ੀਡੈਂਟ ਦੀ ਕੀ ਹੋ ਜਾਂਦੀ ਹੈ? ਡੈਥ ਹੋ ਜਾਂਦੀ ਹੈ। ਤਾਂ ਉਦੋਂ ਬਾਅਦ ਜਿਹੜਾ ਐਕਟਡ ਪ੍ਰੈਜ਼ੀਡੈਂਟ ਬਣਦਾ ਤਾਂ ਉਹ ਕੌਣ ਬਣਦਾ ਜੀ? ਵਾਈਸ ਪ੍ਰੈਜ਼ੀਡੈਂਟ। ਕਲੀਅਰ ਹੈ ਜੀ। ਤਾਂ ਉਹਦੀ ਜਗ੍ਹਾ 'ਤੇ ਕੌਣ ਆਉਂਦਾ ਜੀ? ਵਾਈਸ ਪ੍ਰੈਜ਼ੀਡੈਂਟ। ਜੇ ਵਾਈਸ ਪ੍ਰੈਜ਼ੀਡੈਂਟ ਨਾ ਹੋਵੇ ਤਾਂ ਕੌਣ ਬਣਦਾ ਜੀ? ਚੀਫ ਜਸਟਿਸ ਆਫ ਇੰਡੀਆ। ਇੰਨੀ ਗੱਲ ਧਿਆਨ ਦੇ ਵਿੱਚ ਰੱਖਣੀ ਹੈ। ਗਵਰਨਰ ਨੂੰ ਕੌਣ ਜਿਹੜਾ ਕੀ ਆ ਅਪਾਇੰਟ ਕਰਦਾ? ਪ੍ਰੈਜ਼ੀਡੈਂਟ ਹੀ ਅਪਾਇੰਟ ਕਰਦਾ, ਅਤੇ ਪ੍ਰੈਜ਼ੀਡੈਂਟ ਹੀ ਕੀ ਹੈ ਜੀ ਉਹਨੂੰ ਹਟਾ ਸਕਦਾ ਜੀ। ਠੀਕ ਹੈ, ਡਿਊ ਟੂ ਦਾ ਪਲੈਜ਼ਰ ਆਫ ਪ੍ਰੈਜ਼ੀਡੈਂਟ ਇਹਨਾਂ ਦਾ ਟਨਿਓਰ ਹੁੰਦਾ ਜੀ। ਗਵਰਨਰ ਹੈ ਜਿਹੜਾ ਉਹ 2 ਸਟੇਟਾਂ ਦਾ ਕੀ ਹੈ ਜੀ? ਕਾਮਨ ਵੀ ਹੋ ਸਕਦਾ ਹੈ। ਠੀਕ ਹੈ, ਇਹ ਗੱਲ ਵੀ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। ਤਾਂ ਉਹਦੀ ਜਿਹੜੀ ਸੈਲਰੀ ਹੈ ਫਿਰ ਕੌਣ ਦੇਊਗਾ ਜੀ? 2 ਸਟੇਟਾਂ ਮਿਲ ਕੇ ਮਤਲਬ ਕੀ ਹੈ ਦੇਣਗੀਆਂ। ਠੀਕ ਹੈ ਜੀ, ਸ਼ੇਅਰ ਕਰਕੇ ਦੇਣਗੀਆਂ। ਪ੍ਰੈਜ਼ੀਡੈਂਟ ਦੀ ਸੈਲਰੀ 5 ਲੱਖ ਮੈਂ ਤੁਹਾਨੂੰ ਦੱਸ ਚੁੱਕਿਆ। ਗਵਰਨਰ ਦੀ ਪੁੱਛ ਲਏ ਤਾਂ ਕਿੰਨੀ ਹੁੰਦੀ ਹੈ ਜੀ? 4 ਲੱਖ। 1 ਲੱਖ ਰੁਪਈਆ ਘੱਟ ਹੁੰਦੀ ਹੈ। ਗਵਰਨਰ ਦੀ 4 ਲੱਖ ਨਹੀਂ ਹੁੰਦੀ ਜੀ, 4 ਲੱਖ ਹੁੰਦੀ ਹੈ ਜੀ ਤੁਹਾਡੀ ਵਾਈਸ ਪ੍ਰੈਜ਼ੀਡੈਂਟ ਦੀ। ਠੀਕ, ਗਵਰਨਰ ਦੀ ਕਿੰਨੀ ਹੁੰਦੀ ਹੈ? 3.5 ਲੱਖ। ਠੀਕ ਹੈ, ਇਹ ਯਾਦ ਰੱਖਿਓ। ਤਾਂ ਇਸ ਤੋਂ ਬਾਅਦ ਚੀਫ ਜਸਟਿਸ ਆਫ ਇੰਡੀਆ ਉਹਦੀ ਹੁੰਦੀ ਹੈ ਜੀ 2,80,000। ਠੀਕ ਹੈ, ਅਤੇ ਜੇ ਸੁਪਰੀਮ ਕੋਰਟ ਦਾ ਜੱਜ ਪੁੱਛ ਲਏ ਤਾਂ ਉਹਦੀ ਹੁੰਦੀ ਹੈ ਜੀ 2.5 ਲੱਖ। ਠੀਕ ਹੈ ਜੀ, 2.5 ਲੱਖ ਹੁੰਦੀ ਹੈ ਜੀ। ਅਤੇ ਜੇ ਪੁੱਛ ਲਏ ਤੁਹਾਨੂੰ ਹਾਈ ਕੋਰਟ ਦੇ ਚੀਫ ਜਸਟਿਸ ਦੀ ਤਾਂ ਉਹਦੀ ਹੁੰਦੀ ਹੈ 2.5 ਲੱਖ। ਠੀਕ ਹੈ ਜੀ, ਅਤੇ ਜੇ ਤੁਹਾਨੂੰ ਪੁੱਛ ਲਿਆ ਹਾਈ ਕੋਰਟ ਦੇ ਜੱਜ ਦੀ ਤਾਂ ਫਿਰ ਹੁੰਦੀ ਹੈ ਜੀ 2 ਲੱਖ 2,25,000। ਠੀਕ ਹੈ, ਤਾਂ ਧਿਆਨ ਰੱਖਿਓ, ਸੁਪਰ ਇੰਪੋਰਟੈਂਟ ਇਹ ਗੱਲਾਂ ਨੇ। ਲਾਸਟ ਕੁਐਸਚਨ ਜੀ, ਅਕੋਰਡਿੰਗ ਟੂ ਦਾ ਇੰਡੀਅਨ ਕੌਨਸਟੀਟਿਊਸ਼ਨ ਹੂ ਹੈਜ਼ ਨੋ ਐਨੀ ਪ੍ਰੋਵੀਜ਼ਨ ਟੂ ਇੰਪੀਚਮੈਂਟ? ਇੰਪੀਚਮੈਂਟ ਮਤਲਬ ਹੁੰਦਾ ਜੀ ਹਟਾਇਆ ਜਾ ਸਕਦਾ। ਕਿਹਨੂੰ ਮਤਲਬ ਪ੍ਰੋਪਰ ਇੰਪੀਚਮੈਂਟ ਦੇ ਨਾਲ ਨਹੀਂ ਹਟਾਇਆ ਜਾਂਦਾ? ਤਾਂ ਡੀ ਆਪਸ਼ਨ
ਗਵਰਨਰ ਨੂੰ ਜਿਹੜਾ ਨਹੀਂ ਹਟਾਇਆ ਜਾਂਦਾ, ਪ੍ਰੈਜ਼ੀਡੈਂਟ ਨੂੰ ਬਿਲਕੁਲ ਜੀ ਹਟਾਇਆ ਜਾਂਦਾ। ਆਰਟੀਕਲ 61, ਠੀਕ ਹੈ। ਪ੍ਰੈਜ਼ੀਡੈਂਟ ਦਾ ਤੁਸੀਂ ਆਰਟੀਕਲ ਇੰਪੀਚਮੈਂਟ ਦਾ ਯਾਦ ਰੱਖਣਾ ਹੈ, ਬਾਕੀ ਦਾ ਯਾਦ ਰੱਖਣ ਦੀ ਲੋੜ ਨਹੀਂ ਹੈਗੀ। ਆਰਟੀਕਲ 52, ਆਰਟੀਕਲ 54, ਆਰਟੀਕਲ 58 ਅਤੇ ਆਰਟੀਕਲ 61, ਚਾਰੇ ਤੁਸੀਂ ਪ੍ਰੈਜ਼ੀਡੈਂਟ ਦੇ ਨਾਲ ਰਿਲੇਟਡ ਯਾਦ ਰੱਖਣੇ ਹੈ। 52 ਕਿਹਦੇ ਬਾਰੇ ਗੱਲ ਦੱਸਦਾ ਜੀ, ਦੇਅਰ ਸ਼ੈਲ ਬੀ ਪ੍ਰੈਜ਼ੀਡੈਂਟ ਆਫ ਇੰਡੀਆ। 54 ਕਿਹਦੀ ਗੱਲ ਕਰਦਾ ਜੀ, ਇਲੈਕਸ਼ਨ ਆਫ ਪ੍ਰੈਜ਼ੀਡੈਂਟ। 58 ਕਿਹਦੀ ਗੱਲ ਕਰਦਾ ਜੀ, ਕੁਆਲੀਫਿਕੇਸ਼ਨ ਆਫ ਪ੍ਰੈਜ਼ੀਡੈਂਟ। 61 ਕਿਹਦੀ ਗੱਲ ਕਰਦਾ ਜੀ, ਇੰਪੀਚਮੈਂਟ ਆਫ ਪ੍ਰੈਜ਼ੀਡੈਂਟ। ਠੀਕ ਹੈ ਜੀ, ਇੰਨੀ ਕੁ ਇਨਫੋਰਮੇਸ਼ਨ ਇਹਦੇ ਲਈ। ਹੋਰ ਤੁਸੀਂ ਕੀ ਯਾਦ ਰੱਖ ਸਕਦੇ ਹੋ, ਪ੍ਰੈਜ਼ੀਡੈਂਟ ਆ ਜਿਹੜਾ ਕੁਆਲੀਫਾਈ ਕਰਨ ਦੇ ਲਈ ਉਹਦੀ ਮਿਨੀਮਮ ਏਜ ਆ ਜਿਹੜੀ ਉਹ ਕਿੰਨੀ ਹੁੰਦੀ ਹੈ, 35 ਸਾਲ ਹੋਣੀ ਚਾਹੀਦੀ ਹੈ, ਅਤੇ ਮੈਕਸੀਮਮ ਨਾਟ ਪ੍ਰਿਸਕ੍ਰਾਈਬਡ ਹੈ ਜੀ। ਠੀਕ ਹੈ, ਅਤੇ ਲੋਕ ਸਭਾ ਦਾ ਮੈਂਬਰ ਉਹ ਕੁਆਲੀਫਾਈਡ ਹੋਣਾ ਚਾਹੀਦਾ ਜੀ। ਹੂ ਵਾਜ਼ ਦਾ ਫਸਟ ਸਿਟੀਜ਼ਨ ਆਫ ਇੰਡੀਆ ਪੇਪਰ 'ਚ ਪੁੱਛ ਲਏ ਤਾਂ ਪ੍ਰੈਜ਼ੀਡੈਂਟ ਇਜ਼ ਫਸਟ ਸਿਟੀਜ਼ਨ ਆਫ ਇੰਡੀਆ। ਠੀਕ ਹੈ ਜੀ। ਵਾਈਸ ਪ੍ਰੈਜ਼ੀਡੈਂਟ ਦਾ ਜਿਹੜਾ ਆਰਟੀਕਲ ਹੈ ਜੀ ਉਹ ਹੈਗਾ ਆਰਟੀਕਲ 63। ਠੀਕ ਹੈ ਜੀ। ਆਰਟੀਕਲ 64 ਕਿਹਦੀ ਗੱਲ ਕਰਦਾ ਜੀ, ਵਾਈਸ ਪ੍ਰੈਜ਼ੀਡੈਂਟ ਇਜ਼ ਐਕਸ ਓਫੀਸ਼ੀਓ ਚੇਅਰਮੈਨ ਆਫ ਰਾਜ ਸਭਾ। ਠੀਕ ਹੈ ਜੀ। ਵਾਈਸ ਪ੍ਰੈਜ਼ੀਡੈਂਟ ਦੀ ਜਿਹੜੀ ਸੈਲਰੀ ਹੁੰਦੀ ਹੈ ਉਹ ਹੁੰਦੀ ਹੈ ਜੀ 4 ਲੱਖ। ਸੈਕਿੰਡ ਸਿਟੀਜ਼ਨ ਆਫ ਇੰਡੀਆ ਕੌਣ ਹੁੰਦਾ ਜੀ, ਵਾਈਸ ਪ੍ਰੈਜ਼ੀਡੈਂਟ ਹੁੰਦਾ ਹੈ। ਚੇਅਰਮੈਨ ਵੀ ਹੁੰਦਾ ਜੀ ਰਾਜ ਸਭਾ ਦਾ। ਠੀਕ ਹੈ ਜੀ। ਅਤੇ ਚੀਫ ਜਸਟਿਸ ਆਫ ਇੰਡੀਆ 124 ਨੰਬਰ ਆਰਟੀਕਲ ਦੇ ਵਿੱਚ ਕੀ ਦੱਸਿਆ ਹੋਇਆ ਜੀ, ਸੁਪਰੀਮ ਕੋਰਟ ਇਜ਼ ਐਪੈਕਸ ਕੋਰਟ ਹੈ ਜੀ। 34 ਕੀ ਹੈ ਜੀ, ਇਹਦੇ ਜੱਜ ਨੇ 1+33 ਦਾ ਕੰਬੀਨੇਸ਼ਨ ਹੈ। ਠੀਕ ਹੈ ਜੀ, ਇੰਨੀ ਗੱਲ ਕਲੀਅਰ ਹੈ। ਹੋਰ ਤੁਹਾਨੂੰ ਮੈਂ ਦੱਸ ਦਿੰਦਾ, ਸੁਪਰੀਮ ਕੋਰਟ ਦਾ ਜਿਹੜਾ ਪਹਿਲੀ ਵੂਮੈਨ ਜੱਜ ਬਣੀ, ਇੱਕ ਤੁਸੀਂ ਕੁਐਸਚਨ ਧਿਆਨ ਨਾਲ ਕਰਨਾ ਹੈ। ਸੁਪਰੀਮ ਕੋਰਟ ਦੀ ਪਹਿਲੀ ਵੂਮੈਨ ਜੱਜ ਜਿਹੜੀ ਬਣੀ ਉਹ ਬਣੀ ਜੀ ਫਾਤਿਮਾ ਬੀਬੀ। ਠੀਕ ਹੈ, ਧਿਆਨ ਰੱਖਿਓ ਫਾਤਿਮਾ ਬੀਬੀ। ਅਤੇ ਹੁਣ ਮੈਂ ਤੁਹਾਨੂੰ ਥੋੜ੍ਹਾ ਜਿਹਾ ਹਾਈ ਕੋਰਟ ਦੇ ਬਾਰੇ ਦੱਸ ਦੇਣਾ। ਹਾਈ ਕੋਰਟ ਦੇ ਵਿੱਚ ਪਹਿਲੀ ਜੱਜ ਬਣੀ ਉਹ ਕੌਣ ਬਣੀ ਜੀ, ਤਾਂ ਉਹ ਸੀਗੇ ਜੀ ਐਨਾ ਚੈਂਡੇ। ਠੀਕ ਹੈ ਜੀ, ਐਨਾ ਚੈਂਡੇ ਹਾਈ ਕੋਰਟ ਦੀ ਪਹਿਲੀ ਵੂਮੈਨ ਜੱਜ ਬਣੀ। ਕਿੱਥੋਂ ਸੀਗੇ ਜੀ ਇਹ, ਕੇਰਲਾ ਹਾਈ ਕੋਰਟ ਦੇ ਬਣੇ ਜੀ। ਠੀਕ ਹੈ, ਜੇ ਪੁੱਛੇ ਹਾਈ ਕੋਰਟ ਦੀ ਚੀਫ ਜਸਟਿਸ ਪਹਿਲੀ ਮਹਿਲਾ, ਹਾਈ ਕੋਰਟ ਦੀ ਪਹਿਲੀ ਵੂਮੈਨ ਚੀਫ ਜਸਟਿਸ ਕੌਣ ਸੀ, ਤਾਂ ਉਹ ਸੀਗੇ ਜੀ ਲੀਲਾ ਸੇਠ। ਠੀਕ ਹੈ, ਇਹ ਸੀਗੇ ਜੀ ਦਿੱਲੀ ਹਾਈ ਕੋਰਟ ਦੇ ਵਿੱਚ ਇਹ ਪਹਿਲੀ ਗੱਲ ਤਾਂ ਦਿੱਲੀ ਹਾਈ ਕੋਰਟ ਦੇ ਵਿੱਚ ਇਹ ਜੱਜ ਸੀਗੇ। ਉਦੋਂ ਬਾਅਦ ਇਹ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਵਿੱਚ ਚੀਫ ਜਸਟਿਸ ਬਣੇ। ਠੀਕ ਹੈ, ਜੇ ਪੇਪਰ 'ਚ ਪੁੱਛੇ ਕਿਹੜੀ ਕੋਰਟ ਦੇ ਵਿੱਚ ਬਣੇ ਚੀਫ ਜਸਟਿਸ, ਤਾਂ ਹਿਮਾਚਲ ਪ੍ਰਦੇਸ਼ ਹਾਈ ਕੋਰਟ। ਠੀਕ ਹੈ ਜੀ। ਜੇਕਰ ਤੁਹਾਨੂੰ ਹੁਣ ਸੈਸ਼ਨ ਹੈ ਜਿਹੜਾ ਉਹ ਵਧੀਆ ਲੱਗਿਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ, ਲਾਈਕ ਕਰਨਾ ਨਾ ਭੁੱਲਿਓ। ਅਤੇ ਆਪਣੀ ਜਿਹੜੀ ਅਕੈਡਮੀ ਆ ਉਹ ਮਾਨਸਾ ਦੇ ਵਿੱਚ ਆਫਲਾਈਨ ਤਿਆਰੀ ਵੀ ਕਰਵਾਉਂਦੇ ਆਪਾਂ, ਤਾਂ ਜਿਨ੍ਹਾਂ ਬੱਚਿਆਂ ਨੇ ਤਿਆਰੀ ਕਰਨੀ ਹੈ ਤਾਂ ਉਹ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਨੇ। ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ।